ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੁਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਹਾਂਜੀ। ਸੁਧ ਕੇ ਸੁਨਤ ਕੁਟੰਬ ਸਭ ਚਿੰਤਾ ਕੇ ਬਸ ਹੋਏ ਬਹੁਤ ਬਿਸੂਰਤ ਦੁਖੀ ਮਨ ਵਿਪਰੈ ਦੁਹਬਿਦ ਜੋਏ ਸੁਧ ਕੇ ਸੁਨਤ ਕੁਟੰਬ ਸਭ ਚਿੰਤਾ ਕੇ ਬਸ ਹੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਯਾਮੀ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਦੀਦਾਰੇ ਕਰ ਰਹੇ ਹੋ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਾਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਜੀ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆ ਨੂੰ ਤਾਰ ਰਹੇ ਹਨ। ਮਾਲਕ ਕੀਰਤਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੁਭਾਈਮਾਨ ਹਨ। ਕੱਲ ਆਪ ਜੀ ਨੇ ਸਰਵਣ ਕੀਤਾ, ਹਜ਼ਾਰਾਂ ਲੱਖਾਂ ਸੰਗਤਾਂ ਕੀਰਤਪੁਰ ਸਾਹਿਬ ਸਤਿਗੁਰੂ ਜੀ ਦੇ ਸੱਦੇ ਦੇ ਉੱਤੇ ਪਹੁੰਚੀਆਂ ਹਨ। ਬਹੁਤ ਵੱਡਾ ਦੀਵਾਨ ਸੱਜਿਆ। ਗੁਰੂ ਜੀ ਨੇ ਉਚੇਚਾ ਹੁਕਮ ਕੀਤਾ ਕਿ ਭਾਈ ਦੀਵਾਨ ਸਜਾਓ। ਆਗਿਆ ਕੀਤੀ, ਹੁਕਮ ਕੀਤਾ। ਬਹੁਤ ਵੱਡਾ ਦੀਵਾਨ ਸਜਾਇਆ ਗਿਆ। ਆਸੇ ਪਾਸੇ ਸੰਗਤਾਂ ਇਕੱਠੀਆਂ ਹੋਈਆਂ ਨੇ। ਸੰਗਤ ਨੂੰ ਨਹੀਂ ਇਸ ਗੱਲ ਦਾ ਪਤਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਣਾ ਵਰਤਾਉਣ ਲੱਗੇ ਹਨ। ਸਤਿਗੁਰੂ ਜੀ ਸਰੀਰ ਤਿਆਗਣ ਲੱਗੇ ਹਨ। ਕੁਝ ਕਮਾਈ ਵਾਲੇ ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਹੈ, ਬਾਕੀਆਂ ਨੂੰ ਨਹੀਂ ਪਤਾ। ਸਾਧ ਸੰਗਤ ਜੀ, ਮਹਾਰਾਜ ਜੀ ਨੇ ਆਪਣੇ ਤਿੰਨੋਂ ਪੋਤਰਿਆਂ, ਵਾਹਿਗੁਰੂ ਤਿੰਨੋਂ ਪੁੱਤਰਾਂ ਨੂੰ, ਬਾਬਾ ਜੀ ਬਾਬਾ ਸੂਰਜਮਲ ਜੀ, ਬਾਬਾ ਜੀ ਬਾਬਾ ਅਣੀ ਰਾਏ ਜੀ ਔਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਸੱਦਿਆ। ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਜਿੰਨੇ ਰਿਸ਼ਤੇਦਾਰ ਨੇ ਸਾਰੇ ਹੀ ਆਏ ਹਨ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ ਆਈ ਹੈ। ਗੁਰੂ ਅਮਰਦਾਸ ਸਾਹਿਬ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ, ਸਤਿਗੁਰੂ ਜੀ ਦੇ ਅੱਗੋਂ ਵੰਸ਼ਜ, ਉਹ ਵੀ ਆਏ ਹਨ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਹੋਇਆ। ਸਿੱਖ ਸੰਗਤਾਂ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਆਪ ਜੀ ਨੇ ਸਰਵਣ ਕੀਤਾ। ਹਜੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਨੇ ਫਿਰ ਆਪਣੇ ਪੋਤਰੇ, ਜਿਨ੍ਹਾਂ ਦੀ ਉਮਰ ਸਰੀਰ ਕਰਕੇ ਬਹੁਤੀ ਵੱਡੀ ਨਹੀਂ ਹੈ, ਮਹਾਰਾਜ ਜੀ ਨੇ ਆਪਣੇ ਪੋਤਰੇ ਨੂੰ, ਹਰ ਰਾਏ ਸਾਹਿਬ ਜੀ ਨੂੰ, ਸਾਰੀ ਸੰਗਤ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬਿਠਾ ਕੇ 3 ਪਰਿਕਰਮਾ ਸਤਿਗੁਰੂ ਜੀ ਨੇ ਕੀਤੀਆਂ। ਜਦੋਂ ਮਹਾਰਾਜ ਨੇ 3 ਪਰਿਕਰਮਾ ਪੂਰੀਆਂ ਕੀਤੀਆਂ, ਫਿਰ ਆਪ ਜੀ ਨੇ ਸਰਵਣ ਕੀਤਾ। ਨਾਰੀਅਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਭੇਟ ਕੀਤਾ ਹੈ। 5 ਪੈਸੇ ਰੱਖੇ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦੇ ਚਰਨਾਂ 'ਚ ਸਾਰੀ ਦੁਨੀਆ ਝੁਕਦੀ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਨੂੰ ਮੱਥਾ ਟੇਕ ਦਿੱਤਾ ਜੀ। ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਕੱਲ ਉਹ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। ਇੱਕ ਭਾਈ ਗੁਰਦਾਸ ਜੀ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਤੱਕ ਹੋਏ ਆ। ਉਹਨਾਂ ਦਾ ਵੀ ਅੱਜ ਅਕਾਲ ਚਲਾਣਾ ਦਿਵਸ ਹੈ। ਇੱਕ ਭਾਈ ਗੁਰਦਾਸ ਜੀ ਦੂਸਰੇ ਹੋਏ ਆ। ਜਿਹੜੇ ਭਾਈ ਗੁਰਦਾਸ ਜੀ ਦੂਸਰੇ ਹੋਏ ਆ ਨਾ, ਉਹਨਾਂ ਨੇ 7ਵੇਂ ਪਾਤਸ਼ਾਹ ਜੀ ਦੇ ਬਾਰੇ ਲਿਖਿਆ, ਸਬਤਮ ਮਹਿਲ ਅਗਮ ਹਰ ਰਾਇਆ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੰਗਤਾਂ ਵਿਚਾਰ ਕਰਦੀਆਂ ਨੇ ਵੀ ਵੇਖੋ, ਸਤਿਗੁਰੂ ਜੀ ਦੇ 3 ਪੁੱਤਰ ਕੋਲ ਬੈਠੇ ਨੇ, ਪਰ ਆਪ ਜੀ ਨੇ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਬਖਸ਼ਿਸ਼ ਕੀਤੀ ਹੈ। ਇਸ ਗੱਲ ਦੀ ਬੜੀ ਚਰਚਾ ਵੀ ਚੱਲੀ ਤੇ ਸਿਆਣੇ ਸਿੱਖ ਇਹ ਗੱਲ ਸਮਝ ਗਏ
ਕਿ ਜੇ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ ਨਾ, ਤੇ ਹੁਣ ਫਿਰ ਛੇਵੇਂ ਪਾਤਸ਼ਾਹ ਦੇ ਸਰੀਰ ਤਿਆਗਣ ਦੀ ਵੀ ਤਿਆਰੀ ਹੈ। ਪਿਆਰ ਵਾਲੇ ਸਿੱਖ ਗੁਰਤਾ ਗੱਦੀ ਦੀ ਤੇ ਇੰਨੀ ਖੁਸ਼ੀ ਨਹੀਂ ਮਨਾ ਸਕੇ, ਪਰ ਉਹਨਾਂ ਨੂੰ ਇਸ ਗੱਲ ਦਾ ਬੜਾ ਵਿਰਾਗ ਲੱਗ ਗਿਆ ਕਿ ਜਿਸ ਮਨਮੋਹਣੀ ਸੂਰਤ ਦੇ, ਜਿਸ ਰੱਬੀ ਸੂਰਤ ਦੇ, ਜਿਸ ਰੱਬੀ ਰੂਪ ਦੇ ਦਰਸ਼ਨ ਅਸੀਂ ਰੋਜ਼ ਕਰਦੇ ਹਾਂ, ਕੁਝ ਸਿੱਖ ਭਾਵਨਾ ਵਾਲੇ ਐਸੇ ਵੀ ਸਨ ਜਿੰਨਾ ਚਿਰ ਤੱਕ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਸੀ ਨਾ ਕਰਦੇ ਹੁੰਦੇ, ਪਿਆਰਿਓ ਅੰਨ ਤੇ ਛੱਡੋ, ਉਹ ਜਲ ਵੀ ਨਹੀਂ ਸੀ ਛਕਦੇ ਹੁੰਦੇ। ਪਾਣੀ ਵੀ ਉਦੋਂ ਪੀਵਾਂਗੇ ਜਦੋਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰ ਲਾਂਗੇ। ਕੁਝ ਪ੍ਰੇਮੀਆਂ ਨੂੰ ਬਹੁਤ ਜ਼ਿਆਦਾ ਅੰਦਰ ਖਾਤੇ ਵਿਰਾਗ ਵੀ ਲੱਗ ਗਿਆ ਕਿ ਛੇਵੇਂ ਪਾਤਸ਼ਾਹ ਹੁਣ ਆਪ ਸਰੀਰ ਦਾ ਓਹਲਾ ਕਰ ਲੈਣਗੇ। ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਹੈ। ਕੁਝ ਪ੍ਰੇਮੀ ਇਹ ਵੀ ਗੱਲਾਂ ਕਰਦੇ ਆ ਵੀ ਵੇਖੋ ਉਮਰ ਕਰਕੇ ਸਭ ਤੋਂ ਛੋਟੇ ਨੇ ਗੁਰੂ ਹਰਿਰਾਏ ਸਾਹਿਬ। 3 ਪੁੱਤਰ ਮਹਾਰਾਜ ਦੇ ਬੈਠੇ ਆ ਤੇ 2 ਪੋਤਰੇ ਸਨ, ਬਾਬਾ ਧੀਰਮਲ ਜੀ ਤੇ ਹਰਿਰਾਏ ਸਾਹਿਬ ਜੀ। ਬਾਬਾ ਧੀਰਮਲ ਵੱਡੇ ਨੇ, ਉਹ ਵੀ ਖਾਲੀ ਰਹਿ ਗਏ। ਪ੍ਰੇਮੀ ਇਹੋ ਜਿਹੀਆਂ ਗੱਲਾਂ ਕਰਦੇ ਆ, ਪਰ ਮਹਾਰਾਜ ਨੇ ਕਿਹਾ ਸਿੱਖੋ ਗੁਰਤਾ ਗੱਦੀ ਕਿਹਨੂੰ ਦੇਣੀ ਹੈ, ਇਹ ਸਾਡੇ ਹੱਥ ਵਸ ਨਹੀਂ ਹੈ, ਇਹ ਧੁਰ ਦਰਗਾਹ ਦਾ ਫੈਸਲਾ ਹੈ। ਜੋ ਧੁਰ ਦਰਗਾਹ ਤੋਂ ਨੀਅਤ ਹੋਇਆ ਨਾ, ਗੁਰਤਾ ਗੱਦੀ ਉਹਨੂੰ ਮਿਲਦੀ ਹੈ। ਸਾਧ ਸੰਗਤ ਜੀ, ਗੁਰਤਾ ਗੱਦੀ ਕਿਹਨੂੰ ਦੇਣੀ ਮਹਾਰਾਜ ਨੇ, ਇਹ ਇਸ ਲੋਕ ਦਾ, ਇਸ ਧਰਤੀ ਦਾ ਫੈਸਲਾ ਹੈ ਹੀ ਨਹੀਂ ਹੈ। ਜਿੰਨੇ ਵੀ ਗੁਰਤਾ ਗੱਦੀ ਤੇ ਬੈਠਣਾ ਹੈ, ਉਹ ਧੁਰ ਦਰਗਾਹ ਤੋਂ ਗੁਰੂ ਬਣ ਕੇ ਹੀ ਆਉਂਦਾ ਹੈ। ਇੱਥੇ ਤਾਂ ਆ ਕੇ ਮਹਾਰਾਜ ਬਾਹਰੀ ਕਿਰਿਆ ਕਰਦੇ ਆ। ਸੋ ਹੁਣ ਆਪਾਂ ਅੱਗੋਂ ਪ੍ਰਸੰਗ ਸਰਵਣ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਸੁਧ ਕੇ ਸੁਨਤ ਕੁਟੰਬ ਸਭ, ਚਿੰਤਾ ਕੇ ਬਸ ਹੋਏ। ਉਦੋਂ ਨਾ ਗੁਰੂ ਜੀ ਦੇ ਮਹਿਲ ਜਿਹੜੇ ਸਨ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਇਹ ਨਹੀਂ ਸੀ ਇਸ ਤਰ੍ਹਾਂ ਸੰਗਤ ਚ ਆ ਕੇ ਬੈਠਦੇ। ਮਹਿਲ ਪਰਿਵਾਰ ਦੇ ਵਿੱਚ ਹੀ ਰਹਿੰਦੇ ਸੀਗੇ। ਹੁਣ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਦਿੱਤੀ ਤੇ ਮਾਤਾ ਨਾਨਕੀ ਜੀ ਨੂੰ ਵੀ ਨਹੀਂ ਦੱਸਿਆ, ਮਾਤਾ ਮਰਵਾਹੀ ਜੀ ਨੂੰ ਨਹੀਂ ਦੱਸਿਆ ਵੀ ਅਸੀਂ ਗੁਰਤਾ ਗੱਦੀ ਦੇ ਦਿੱਤੀ ਹੈ। ਜਦੋਂ ਉਹਨਾਂ ਨੂੰ ਸਿੱਖਾਂ ਤੋਂ ਪਤਾ ਲੱਗਾ, ਉਸੇ ਵੇਲੇ ਬਹੁਤ ਜ਼ਿਆਦਾ ਚਿੰਤਾ ਵੱਧ ਗਈ। ਹਾਂਜੀ। ਬਹੁਤ ਬਿਸੂਰਤ ਦੁਖੀ ਮਨ, ਵਿਪਰੈ ਦੋਹ ਵਿਦ ਜੋਏ। ਉਹ ਬੜਾ ਬਿਸੂਰਨ ਲੱਗੇ, ਝੂਰਨ ਲੱਗੇ ਵੀ ਇਹ ਕੀ ਬਣ ਗਿਆ। ਇੱਕਦਮ ਮਹਾਰਾਜ ਨੇ ਗੁਰਤਾ ਗੱਦੀ ਵੀ ਦੇ ਦਿੱਤੀ, ਬਖਸ਼ਿਸ਼ ਵੀ ਕਰ ਦਿੱਤੀ। ਕਿਸੇ ਨਾਲ ਸਲਾਹ ਵੀ ਨਹੀਂ, ਕਿਉਂ ਪਰਿਵਾਰ ਦੇ ਜੀਆਂ ਨੂੰ ਹੁੰਦਾ ਵੀ ਸਾਡੇ ਨਾਲ ਸਲਾਹ ਕਰਨ। ਮਹਾਰਾਜ ਨੇ ਸਲਾਹ ਵੀ ਨਹੀਂ ਕੀਤੀ। ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਪਰਿਵਾਰ ਵਿੱਚ ਹੋਣ ਲੱਗ ਪਈਆਂ। ਹਾਂਜੀ। ਚੌਪਈ ਭਈ ਸ਼ੁਭਤ ਔਰ ਸੁਨ ਮਰਵਾਹੀ। ਜਦੋਂ ਮਾਤਾ ਮਰਵਾਹੀ ਜੀ ਨੇ ਬਚਨ ਸੁਣੇ ਨਾ, ਜਿਹੜੇ ਬਾਬਾ ਸੂਰਜਮਲ ਜੀ ਦੇ ਮਾਤਾ ਜੀ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਹਨ, ਜਦੋਂ ਮਾਤਾ ਮਰਵਾਹੀ ਜੀ ਨੇ ਇਹ ਬਚਨ ਸੁਣੇ, ਉਹਨਾਂ ਨੂੰ ਬਹੁਤ ਦੁੱਖ ਮਹਿਸੂਸ ਹੋਇਆ ਵੀ ਛੇਵੇਂ ਪਾਤਸ਼ਾਹ ਮਹਾਰਾਜ ਇੰਨੀ ਛੇਤੀ ਸਰੀਰ ਤਿਆਗ ਦੇਣਗੇ। ਹਾਂਜੀ। ਜਿਸ ਕੋ ਹਿਤ ਹੋਇਓ ਕਿਮ ਮਾਨਾਹੀ। ਹੁਣ ਮਾਤਾ ਜੀ ਬਹੁਤ ਸੋਚਾਂ ਸੋਚ ਕੇ ਬੈਠੇ ਸਨ, ਮਨ ਦੀਆਂ ਬਹੁਤ ਰੀਝਾਂ ਸਨ, ਪਰ ਮਹਾਰਾਜ ਨੇ ਦੱਸਿਆ ਹੀ ਨਹੀਂ ਇੱਕਦਮ। ਹਾਂਜੀ।
ਮੋਹ ਪੁੱਤਰ ਉਚਤੀ ਸਭ ਬਾਤ। ਤੇ ਸਾਧ ਸੰਗਤ ਜੀ ਫਿਰ ਮਾਂ ਹੈ ਨਾ, ਹਰ ਮਾਂ ਚਾਹੁੰਦੀ ਹੈ ਮੇਰੇ ਪੁੱਤਰ ਨੂੰ ਵੱਡੀ ਵਡਿਆਈ ਮਿਲੇ, ਹਰ ਮਾਂ ਚਾਹੁੰਦੀ ਹੈ। ਮਾਤਾ ਮਰਵਾਹੀ ਜੀ ਨੇ ਸੋਚਿਆ ਸੀ ਵੀ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਗਏ ਹੈ, ਤੇ ਦੂਸਰੇ ਨੰਬਰ ਤੇ ਗੁਰੂ ਸਾਹਿਬ ਦੇ ਜੇ ਕੋਈ ਪੁੱਤਰ ਵੱਡਾ ਤੇ ਉਹ ਮੇਰੇ ਪੁੱਤਰ ਸੂਰਜਮਲ ਜੀ ਨੇ, ਇਹਨਾਂ ਨੂੰ ਗੁਰਤਾ ਗੱਦੀ ਮਿਲੇਗੀ। ਹਾਂਜੀ, ਧਾਰਤ ਗੁਣਨ ਹਿਰਦਾ ਅਵਦਾਤ। ਤੇ ਬਾਬਾ ਸੂਰਜਮਲ ਜੀ ਦਾ ਜਿਹੜਾ ਹਿਰਦਾ ਨਾ ਜੀ, ਬੜੇ ਗੁਣ ਨੇ ਬਾਬਾ ਸੂਰਜਮਲ ਜੀ ਵਿੱਚ, ਬਹੁਤ ਗੁਣ ਨੇ। ਤੇ ਮਾਤਾ ਜੀ ਨੇ ਤੇ ਇਹੋ ਹੀ ਸੋਚਿਆ ਕਿ ਬਾਬਾ ਸੂਰਜਮਲ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ। ਹਾਂਜੀ, ਲਖ ਅਵਕਾਸ਼ ਗੁਰੂ ਟਿਕ ਆਈ। ਧੰਨ ਮਾਤਾ ਜੀ, ਮਾਤਾ ਮਰਵਾਹੀ ਜੀ ਸਮਾਂ ਪਾ ਕੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਜੀ, ਵੀ ਮਹਾਰਾਜ ਨੂੰ ਬੇਨਤੀ ਤੇ ਕਰੀਏ, ਮਹਾਰਾਜ ਨੂੰ ਪੁੱਛੀਏ ਕੁਛ। ਹਾਂਜੀ, ਬੈਠ ਆਪਣੀ ਬ੍ਰਿਥਾ ਸੁਣਾਈ। ਤੇ ਜੋ ਮਾਤਾ ਜੀ ਦੇ ਮਨ ਵਿੱਚ ਸੀ ਨਾ ਜੀ, ਮਾਤਾ ਜੀ ਨੇ ਸਾਰੀ ਗੱਲ ਹੀ ਮਹਾਰਾਜ ਨੂੰ ਦੱਸ ਦਿੱਤੀ ਜੀ, ਲੁਕਾਈ ਨਹੀਂ ਜੀ ਗੱਲ। ਆ ਇਹਨੂੰ ਪਰਾਂ ਕਰੋ। ਮਾਤਾ ਜੀ ਨੇ ਸਾਰੀ ਗੱਲ ਜਿਹੜੀ ਆ ਉਹ ਦੱਸ ਦਿੱਤੀ ਜੀ। ਹਾਂਜੀ, ਮੋਹ ਸੁਤ ਮਹਿ ਕਿਆ ਅਵਗੁਣ ਜਾਨਾ। ਆ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਗੱਲ ਤੇ ਮੇਰੇ ਪੁੱਤ ਦੀ ਬਣਦੀ ਸੀਗੀ। ਹਰ ਮਾਂ ਨੂੰ ਚਾਅ ਹੁੰਦਾ ਜੀ, ਹਰ ਮਾਂ ਸੰਘਰਸ਼ ਵੀ ਕਰਦੀ ਹੈ। ਕੱਲਾ ਮਾਤਾ ਮਰਵਾਹੀ ਜੀ ਨੇ ਨਹੀਂ ਕਹਿਣਾ, ਮਾਤਾ ਨਾਨਕੀ ਜੀ ਨੇ ਵੀ ਆ ਕੇ ਕਹਿਣਾ ਜੀ, ਉਹਨਾਂ ਨੇ ਵੀ ਬੇਨਤੀ ਕਰਨੀ ਹੈ। ਇਹ ਕਹਿਣ ਲੱਗੇ, ਮਹਾਰਾਜ ਮੇਰੇ ਪੁੱਤਰ ਵਿੱਚ ਕੀ ਗੱਲ ਸੀ ਵੀ ਉਹਨਾਂ ਨੂੰ ਤੁਸੀਂ ਗੁਰਤਾ ਗੱਦੀ ਨਹੀਂ ਦਿੱਤੀ। ਹਾਂਜੀ, ਜਿਸ ਤੇ ਰਾਖਿਓ ਸ਼ੂਸ਼ ਸੁਜਾਨਾ। ਮਾਂ ਨਾ ਜੀ ਅੰਦਰ ਦੇ ਭਾਵਨਾ ਨਾਲ ਕਹਿਣ ਲੱਗੇ ਵੀ ਮੇਰੇ ਪੁੱਤਰ ਨੂੰ ਤੇ ਤੁਸੀਂ ਗੁਰਤਾ ਗੱਦੀ ਦਿੱਤੀ ਨਹੀਂ। ਇਹ ਗੱਲ ਮਾਤਾ ਸੁਲੱਖਣੀ ਜੀ ਵੀ ਕਹਿੰਦੇ ਸੀਗੇ ਜੀ, ਜਦੋਂ ਬਾਬਾ ਸ੍ਰੀ ਚੰਦਰ ਜੀ ਤੇ ਬਾਬਾ ਲਖਮੀ ਦਾਸ ਜੀ ਨੂੰ ਮਹਾਰਾਜ ਨੇ ਆਪਣੀ ਹਾਜ਼ਰੀ ਦੇ ਵਿੱਚ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜੀ, ਤੇ ਮਾਤਾ ਸੁਲੱਖਣੀ ਜੀ ਕਹਿੰਦੇ ਵੀ ਮੇਰੇ ਪੁੱਤ ਨੂੰ ਨਹੀਂ ਗੁਰਤਾ ਗੱਦੀ ਮਿਲੀ। ਇਹੋ ਗੱਲ ਮਾਤਾ ਮਰਵਾਹੀ ਜੀ ਨੇ ਬੇਨਤੀ ਕੀਤੀ ਜੀ। ਹਾਂਜੀ, ਰਾਵਰ ਕੇ ਅਨੁਸਾਰੀ ਸਦਾ। ਸੱਚੇ ਪਾਤਸ਼ਾਹ ਮੈਂ ਵੇਖਿਆ ਆਪ ਜੀ ਦੇ ਪੁੱਤਰ ਸੂਰਜਮਲ ਜੀ ਤੁਹਾਡੇ ਉਲਟ ਕਦੀ ਨਹੀਂ ਗਏ ਜੀ। ਆਖੋ ਵਾਹਿਗੁਰੂ। ਬਾਬਾ ਸੂਰਜਮਲ ਜੀ ਦੀ ਨਾ ਬੜੀ ਵੱਡੀ ਖਾਸੀਅਤ, ਬੜਾ ਵੱਡਾ ਗੁਣ ਹੈ। ਬਾਬਾ ਸੂਰਜਮਲ ਜੀ ਕਦੀ ਵੀ ਉਹਨਾਂ ਛੇਵੇਂ ਪਾਤਸ਼ਾਹ ਦੀ ਨਾਰਾਜ਼ਗੀ ਨਹੀਂ ਲਈ ਜੀ, ਨਹੀਂ ਤੇ ਪੁੱਤ ਪਿਓ ਦੀ ਨਾਰਾਜ਼ਗੀ ਲੈ ਹੀ ਲੈਂਦੇ ਜੀ। ਕਿਤੇ ਕੋਈ ਮਾੜੀ ਮੋਟੀ ਗੱਲ ਹੋ ਜਾਵੇ, ਬਾਬਾ ਸੂਰਜਮਲ ਜੀ ਨੇ ਕਦੀ ਵੀ ਛੇਵੇਂ ਪਾਤਸ਼ਾਹ ਦਾ ਹੁਕਮ ਨਹੀਂ ਸੀ ਮੋੜਿਆ ਜੀ। ਮਾਤਾ ਮਰਵਾਹੀ ਜੀ ਕਹਿੰਦੇ ਮਹਾਰਾਜ ਤੁਹਾਡੀ ਖੁਸ਼ੀ ਹੈ ਉਹਨਾਂ ਤੇ ਵੀ। ਫਿਰ ਮਹਾਰਾਜ ਕੀ ਵੇਖਿਆ ਆਪ ਜੀ ਨੇ ਜਿਹੜਾ ਗੁਰਤਾ ਗੱਦੀ ਨਹੀਂ ਦਿੱਤੀ। ਹਾਂਜੀ, ਮਾਨਤ ਰਹਿਓ ਹੁਕਮ ਜਦ ਕਦਾ। ਜਿਵੇਂ ਦਾ ਹੁਕਮ ਆਪ ਜੀ ਕਰਦੇ ਹੋ ਮੇਰਾ ਪੁੱਤਰ ਸੂਰਜਮਲ ਉਵੇਂ ਦਾ ਹੀ ਹੁਕਮ ਮੰਨਦਾ ਜੀ। ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ ਜੀ। ਮਾਤਾ ਜੀ ਝੂਠ ਨਹੀਂ ਬੋਲ ਰਹੇ ਜੀ, ਮਾਤਾ ਜੀ ਸੱਚ ਬੋਲ ਰਹੇ ਆ। ਬਾਬਾ ਸੂਰਜਮਲ ਜੀ ਨੇ ਕਦੀ ਵੀ ਗੁਰੂ ਜੀ ਦਾ ਹੁਕਮ ਨਹੀਂ ਸੀ ਟਾਲਿਆ ਜੀ। ਹਾਂਜੀ, ਜਿਸ ਕੋ ਚਿਤ ਸੇਵਾ ਮਹਿ ਰਹਿਓ। ਆਖੋ ਵਾਹਿਗੁਰੂ। ਫਿਰ ਹੋਰ ਗੱਲ ਮਾਤਾ ਮਰਵਾਹੀ ਜੀ ਦੱਸ ਰਹੇ ਆ, ਲਾਈਨ ਤੇ ਭਾਵੇਂ ਇੱਕ ਹੀ ਹੈ ਪਰ ਇਹਦੇ ਵਿੱਚ ਵੀ ਵਿਅਕਤੀ ਦੇ ਜੀਵਨ ਦੇ ਗੁਣ ਸਾਹਮਣੇ ਆ ਜਾਂਦੇ ਜੀ। ਮਾਤਾ ਮਰਵਾਹੀ ਜੀ ਕਹਿੰਦੇ ਮਹਾਰਾਜ ਸੂਰਜਮਲ ਜੀ ਦਾ ਚਿੱਤ ਸਦਾ ਹੀ ਸੇਵਾ ਵਿੱਚ ਰਹਿੰਦਾ ਜੀ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਬਾਬਾ ਗੁਰਦਿੱਤਾ ਜੀ ਤੋਂ ਬਾਅਦ, ਸਰੀਰ ਤਿਆਗਣ ਤੋਂ ਬਾਅਦ ਘਰ ਦਾ ਜਿੰਨਾ ਕਾਰ ਵਿਹਾਰ ਸੀ ਨਾ ਜੀ ਗੁਰੂ ਸਾਹਿਬ ਜੀ ਦਾ, ਉਹ ਸਾਰਾ ਬਾਬਾ ਸੂਰਜਮਲ ਜੀ ਕਰਦੇ ਹੁੰਦੇ ਸੀਗੇ ਜੀ। ਹਾਂਜੀ, ਅੰਤ ਸਮੈ ਲਓ ਕੁਛ ਨਹਿ ਲਹਿਓ। ਪਰ ਅਸੀਂ ਵੇਖਣੇ ਵੀ ਅੰਤਮ ਸਮਾਂ ਆਪ ਜੀ ਦਾ, ਤੇ ਹੁਣ ਤੇ ਸਮਾਂ ਸੀ ਬਖਸ਼ਿਸ਼ ਦੇਣ ਦਾ। ਹਾਂਜੀ, ਕਹਾਂ ਕਰਹਿਗੇ ਰਾਵਰ ਪਾਛੈ। ਵੇਖੋ ਇਹ ਹਰ ਮਾਂ ਨੂੰ ਚਿੰਤਾ ਹੁੰਦੀ ਹੈ ਜੀ, ਹਰ ਮਾਂ ਨੂੰ। ਮਾਤਾ ਮਰਵਾਹੀ ਜੀ ਬੈਰਾਗੀ ਹੋ ਗਏ, ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਤੋਂ ਬਾਅਦ ਮੇਰਾ ਪੁੱਤਰ ਕੀ ਕਰੇਗਾ, ਸੂਰਜਮਲ ਜੀ ਕੀ ਕਰਨਗੇ। ਹਾਂਜੀ,
ਕਿਮ ਗੁਜਰਾਨ ਚਲਾਵੈ ਆਛੇ। ਕਿਵੇਂ ਗੁਜ਼ਾਰਾ ਹੋਏਗਾ, ਘਰ ਦਾ ਕਿਵੇਂ ਗੁਜ਼ਾਰਾ ਹੋਏਗਾ, ਚਿੰਤਾ ਨਾ। ਹਾਂਜੀ, ਘਰ ਕੇ ਖਰਚ ਅਨੇਕ ਪ੍ਰਕਾਰਾ। ਤੇ ਘਰ ਦੇ ਖਰਚ ਬੜੇ ਤਰ੍ਹਾਂ ਦੇ ਨੇ। ਹਾਂਜੀ, ਆਪ ਲਓ ਆਪ ਲੇਤ ਸਭ ਸਾਰਾ। ਜਿੰਨਾ ਚਿਰ ਆਪ ਜੀ ਹੈਗੇ ਹੋ ਮਹਾਰਾਜ, ਉਹਨਾਂ ਚਿਰ ਤੱਕ ਤੇ ਸਾਨੂੰ ਕਿਸੇ ਕਮੀ ਨਹੀਂ, ਕਿਸੇ ਗੱਲ ਦੀ ਕਮੀ ਨਹੀਂ ਜੀ। ਪਰ ਸੱਚੇ ਪਾਤਸ਼ਾਹ ਆਪ ਜੀ ਨੇ ਸਰੀਰ ਦਾ ਓਹਲਾ ਕਰ ਦੇਣਾ, ਮੁੜ ਕੀ ਬਣੇਗਾ, ਪਿੱਛੋਂ ਕੀ ਬਣੇਗਾ। ਹਾਂਜੀ, ਜਗ ਗੁਰ ਸਭ ਤੇ ਅਹੋ ਬਡੇਰੇ। ਦੇ ਤੋ ਉਪਾਇਨ ਲੋਕ ਘਨੇਰੇ। ਜਿੱਥੇ ਆਪ ਜੀ ਬੈਠ ਜਾਓ ਸੱਚੇ ਪਾਤਸ਼ਾਹ ਉੱਥੇ ਢੇਰ ਲੱਗ ਜਾਂਦੇ ਹੈ। ਨਾ ਉੱਥੇ ਵਸਤੂਆਂ ਦੀ ਕਮੀ ਹੈ, ਨਾ ਉੱਥੇ ਮਾਇਆ ਦੀ ਕਮੀ ਹੈ। ਪਰ ਸੱਚੇ ਪਾਤਸ਼ਾਹ ਆਪ ਜੀ ਤੋਂ ਪਿੱਛੋਂ ਆਖੋ ਵਾਹਿਗੁਰੂ। ਵੇਖੋ ਇਹ ਸਵਾਲ ਤੇ ਮਾਤਾ ਗੰਗਾ ਜੀ ਨੇ ਵੀ ਕੀਤਾ ਸੀਗਾ ਜੀ। ਗੁਰੂ ਅਰਜਨ ਸਾਹਿਬ ਜੀ ਨੂੰ ਮਹਾਰਾਜ 6ਵੇਂ ਪਾਤਸ਼ਾਹ ਉਦੋਂ ਕੇਵਲ 11 ਸਾਲਾਂ ਦੇ ਸੀਗੇ ਜੀ। ਕਹਿੰਦੇ ਮਹਾਰਾਜ ਪਿੱਛੋਂ ਕਿਵੇਂ ਚੱਲੇਗਾ। ਹਾਂਜੀ, ਪੁੱਤਰ ਆਪ ਕੇ ਜੇ ਇਮ ਰਹੈ। ਦੇਖਹਿ ਨਰ ਤਬ ਕਿਆ ਜਸ ਕਹੈ। ਗੁਰਤਾ ਗੱਦੀ ਆਪ ਜੀ ਨੇ ਪੋਤਰੇ ਨੂੰ ਦਿੱਤੀ ਹੈ। ਤੇ ਮਹਾਰਾਜ ਜਦੋਂ ਆਪ ਜੀ ਦੇ ਪੁੱਤਰਾਂ ਨੂੰ ਦੁਨੀਆ ਨੇ ਦੇਖਣਾ ਤੇ ਫਿਰ ਕੀ ਆਖਣਾ, ਲੋਕ ਕੀ ਕਹਿਣਗੇ। ਹਾਂਜੀ, ਪਰਹਿ ਮੰਦ ਇਨਕੀ ਗੁਜਰਾਨ। ਤਬ ਇਹ ਕਹਾਂ ਕ੍ਰਿਤ ਕੋ ਠਾਨ। ਆਪ ਜੀ ਤੋਂ ਬਾਅਦ ਸਾਡੇ ਪੁੱਤਰ ਕੀ ਕਰਨਗੇ ਮਹਾਰਾਜ, ਇਹਨਾਂ ਦਾ ਗੁਜ਼ਾਰਾ ਕਿਵੇਂ ਹੋਏਗਾ। ਥੋੜਾ ਜਿਹਾ ਕਿਤੇ ਕਥਾ ਸੁਣਦਿਆਂ ਮਨ 'ਚ ਆ ਜਾਂਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਤੇ ਗੁਜ਼ਾਰੇ ਦੀ ਚਿੰਤਾ। ਪਰ ਪਿਆਰਿਓ ਇਹ ਮਨ ਹੈਗਾ ਜੀ। ਹਾਂਜੀ, ਮਨ ਵਿੱਚ ਇਹ ਗੱਲ ਆ ਜਾਂਦੀ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜੀ, ਇਹ ਗੱਲ ਆ ਜਾਂਦੀ ਹੈ। ਹਾਂਜੀ, ਆਬ ਲਾਓ ਸੀਖੇ ਨਹਿ ਕਿਛ ਕਰਬੋ। ਹਾਂਜੀ, ਪਿਤਾ ਸਮਰੱਥ ਉਦਾਰ ਵਿਚਰਬੋ। ਸੱਚੇ ਪਾਤਸ਼ਾਹ ਆਪ ਜੀ ਵੱਡੇ ਹੋ, ਤੁਸੀਂ ਮਾਲਕ ਹੋ, ਤੇ ਤੁਹਾਡੇ ਹੁੰਦੇ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ। ਪਰ ਮਹਾਰਾਜ ਮੈਨੂੰ ਤਾਂ ਇਉਂ ਲੱਗਦਾ ਵੀ ਪਿੱਛੋਂ ਕੀ ਬਣੇਗਾ। ਵੇਖੋ ਘਰ 'ਚ ਚਿੰਤਾ ਉਸੇ ਵੇਲੇ ਹੀ ਫੈਲ ਗਈ ਜਦੋਂ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਜੀ। ਪਤਾ ਸਭ ਨੂੰ ਸੀ ਵੀ ਗੁਰਤਾ ਗੱਦੀ ਦੇਣ ਦਾ ਮਤਲਬ ਵੀ ਹੁਣ ਮਹਾਰਾਜ ਨੇ ਸਰੀਰ ਤਿਆਗਣਾ ਜੀ। ਹਾਂਜੀ, ਸੁਨ ਸ਼੍ਰੀ ਹਰਗੋਬਿੰਦ ਬਖਾਨੀ। ਪਿਆਰ ਨਾਲ ਗੱਜ ਕੇ ਸਾਰੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮੇਰੇ ਪੀਰੀ ਦੇ ਮਾਲਕ ਮਾਤਾ ਮਰਵਾਹੀ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ। ਹਾਂਜੀ, ਕਿਉਂ ਚਿੰਤਾ ਚਿਤ ਕੀਨ ਮਹਾਨੀ। ਮਹਾਰਾਜ ਕਹਿੰਦੇ ਮਰਵਾਹੀ ਜੀ ਕਿਉਂ ਚਿੰਤਾ ਕਰੀ ਬੈਠੇ ਹੋ, ਕਿਉਂ ਆਪਣੇ ਮਨ 'ਚ ਇੰਨੀ ਵੱਡੀ ਸੋਚ ਰੱਖੀ ਤੁਸਾਂ। ਮਤ ਸਰ ਆਦ ਤਿਆਗ ਉਰ ਦੀਜੈ। ਹਾਂਜੀ, ਨਹੀਂ ਸ਼ੋਭ ਕੋ ਮਨ ਮਹਿ ਕੀਜੈ। ਆਪਣੇ ਮਨ ਵਿੱਚ ਇਹ ਗੱਲ ਛੱਡ ਦਿਓ ਵੀ ਪਿੱਛੋਂ ਕੀ ਬਣੇਗਾ। ਇਹ ਵੀ ਨਾ ਵਿਚਾਰ ਕਰੋ ਵੀ ਗੁਰਤਾ ਗੱਦੀ ਕਿਉਂ ਨਹੀਂ ਮਿਲੀ। ਇਹ ਗੱਲਾਂ ਸਾਰੀਆਂ ਛੱਡ ਦਿਓ ਤੇ ਦੁਖੀ ਨਹੀਂ ਹੋਣਾ। ਹੁਣ ਮਹਾਰਾਜ ਜੇ ਕਹਿ ਰਹੇ ਆ ਤੇ ਇਹਦੇ ਵਿੱਚ ਬੜਾ ਵੱਡਾ ਸਾਧ ਸੰਗਤ ਜੀ ਕਾਰਨ ਹੋਏਗਾ। ਹਾਂਜੀ, ਗੁਰ ਕੇ ਸਿੱਖ ਜੇ ਸਿਦਕ ਕਮਾਵੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਾਤਾ ਮਰਵਾਹੀ ਜੀ ਨੂੰ ਕਹਿਣ ਲੱਗੇ ਜਿਹੜੇ ਗੁਰੂ ਦੇ ਸਿੱਖ ਸਿਦਕ ਕਮਾਉਂਦੇ ਨਾ, ਸਿਦਕ ਵੀ ਜੋ ਮਿਲ ਗਿਆ ਠੀਕ ਹੈ ਜੀ। ਹਾਂਜੀ, ਇੱਕ ਹੁੰਦਾ ਲੋਭ ਕਮਾਉਣਾ ਵੀ ਹੋਰ ਮਿਲ ਜੇ, ਹੋਰ ਮਿਲ ਜੇ। ਇੱਕ ਹੁੰਦਾ ਸਿਦਕ ਕਮਾਉਣਾ ਵੀ ਜੋ ਮਿਲ ਗਿਆ ਠੀਕ ਹੈ ਜੀ। ਹਾਂਜੀ, ਤਿਨ ਪ੍ਰਵਾਹ ਨਾ ਸਭ ਕਿਛ ਪਾਵੈ। ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਪਰਵਾਹ ਨਹੀਂ ਹੁੰਦੀ ਕਿਸੇ ਗੱਲ ਦੀ। ਉਹਨਾਂ ਨੂੰ ਬਹੁਤ ਕੁਝ ਮਿਲਦਾ, ਬਹੁਤ ਕੁਝ ਮਿਲਦਾ। ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੁੰਦੀ। ਹਾਂਜੀ, ਦੋਹ ਲੋਕਨ ਕੇ ਸੁਖ ਕੋ ਲੇਤ। ਜਿਹੜੇ ਤੇ ਸਿਦਕ ਧਾਰਨ ਕਰਦੇ ਆ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਮਰਵਾਹੀ ਜੀ ਇਸ ਲੋਕ ਦੀ ਛੱਡੋ,
ਅਗਲੇ ਲੋਕ 'ਚ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਹਰ ਥਾਂ ਉੱਤੇ ਸੁੱਖ ਮਿਲਦਾ, ਉਹਨਾਂ ਨੂੰ ਸੁੱਖ ਮਿਲਦਾ। ਆਤਮਾ ਸੁਖੀ ਤੇ ਸਭ ਕੁਝ ਸੁਖੀ ਦੀ। ਤੇ ਕਰੋੜਾਂ ਦੀ ਜਾਇਦਾਦ ਹੋਵੇ ਤੇ ਆਤਮਾ ਦੁਖੀ ਹੋਵੇ ਤੇ ਕੋਈ ਫਾਇਦਾ ਨਹੀਂ ਹੈਗਾ ਜੀ। ਹਾਂਜੀ, ਕਮੀ ਨਾ ਕੋਈ ਰਹਿ ਨਕੇਤ। ਮਹਾਰਾਜ ਕਹਿੰਦੇ ਤੁਸੀਂ ਚਿੰਤਾ ਕਿਉਂ ਕਰਦੇ ਹੋ? ਤੁਸੀਂ ਖੁਦ ਵੇਖਿਓ, ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹੇਗੀ। ਮਹਾਰਾਜ ਕਹਿਣ ਲੱਗੇ ਕੋਈ ਕਮੀ ਰਹੇਗੀ ਨਹੀਂ, ਕਹਿਣ ਲੱਗੇ ਜਿਹੜੇ ਸਿਦਕ ਕਮਾਉਂਦੇ ਆ। ਹਾਂਜੀ, ਇਹੋ ਗੁਰ ਕੇ ਸੁਤ ਸਭ ਕੁਛ ਲਾਇਕ। ਮਹਾਰਾਜ ਕਹਿੰਦੇ ਜਿਹੜੇ ਸਿੱਖ ਨੇ ਸਿਦਕ ਕਮਾਉਂਦੇ ਆ, ਉਹਨਾਂ ਦੀਆਂ ਜੈ ਜੈਕਾਰਾਂ ਹੋ ਜਾਂਦੀਆਂ, ਉਹਨਾਂ ਨੂੰ ਸੁੱਖ ਮਿਲਦਾ, ਉਹਨਾਂ ਕੋਲ ਕਮੀ ਨਹੀਂ ਰਹਿੰਦੀ। ਤੇ ਜਿਨ੍ਹਾਂ ਦੀ ਤੁਸੀਂ ਚਿੰਤਾ ਕਰਨ ਦੇ, ਉਹ ਤੇ ਸਾਡੇ ਪੁੱਤ ਨੇ। ਮਹਾਰਾਜ ਕਹਿਣ ਲੱਗੇ ਉਹ ਤੇ ਮੇਰੇ ਪੁੱਤਰ ਨੇ, ਉਹ ਤਾਂ ਗੁਰੂ ਪੁੱਤਰ ਨੇ, ਤੇ ਉਹ ਤਾਂ ਲਾਇਕ ਨੇ, ਯੋਗ ਨੇ। ਜਨਮਾਂ ਜਨਮਾਂ ਦੀ ਕਮਾਈ ਹੋਵੇ, ਇੱਕ ਜਨਮ ਦੀ ਨਹੀਂ, ਪਤਾ ਨਹੀਂ ਗਿਣਤੀ ਨਾ ਹੋਵੇ ਵੀ ਕਿੰਨੇ ਕੁ ਜਨਮਾਂ ਦੀ ਕਮਾਈ ਹੋਵੇ, ਤੇ ਫਿਰ ਜਾ ਕੇ ਗੁਰੂ ਘਰ ਵਿੱਚ ਸਿੱਧਾ ਗੁਰੂ ਦੇ ਪੁੱਤ ਬਣ ਕੇ ਜਨਮ ਮਿਲਦਾ ਜੀ। ਮਹਾਰਾਜ ਕਹਿੰਦੇ ਆਮ ਬੰਦੇ ਨੂੰ ਨਹੀਂ ਕਮੀ ਰਹਿੰਦੀ, ਤੇ ਜਿਨ੍ਹਾਂ ਦੀ ਤੁਸੀਂ ਚਿੰਤਾ ਕਰੀ ਬੈਠੇ ਉਹ ਤੇ ਸਾਡੇ ਪੁੱਤਰ ਨੇ। ਕਹਿੰਦੇ ਹਾਂਜੀ, ਸਕਲ ਸੰਗਤਾਂ ਚਰਨ ਮਨਾਇਕ। ਸਾਰੀਆਂ ਸੰਗਤਾਂ ਹੀ ਉਹਨਾਂ ਦੇ ਚਰਨਾਂ ਦੀ ਪੂਜਾ ਕਰਿਆ ਕਰਨਗੀਆਂ। ਮਹਾਰਾਜ ਕਹਿਣ ਲੱਗੇ ਸਾਰੀਆਂ ਸੰਗਤਾਂ ਉਹਨਾਂ ਦੇ ਚਰਨਾਂ ਦੀ ਪੂਜਾ ਕਰਿਆ ਕਰਨਗੀਆਂ। ਹਾਂਜੀ, ਇਨ ਕੋ ਕਹਾਂ ਰਹਿ ਪਰਵਾਹੂ। ਇਹਨਾਂ ਨੂੰ ਕਾਦੀ ਪਰਵਾਹ ਜੀ? ਮਹਾਰਾਜ ਕਹਿੰਦੇ ਇਹਨਾਂ ਨੂੰ ਕਾਦੀ ਪਰਵਾਹ? ਹਾਂਜੀ, ਸਰਬ ਪਦਾਰਥ ਹਵੈ ਘਰ ਮਾਹੂ। ਸਾਰੇ ਪਦਾਰਥ ਉਹਨਾਂ ਦੇ ਘਰ 'ਚ ਆਪੇ ਹੀ ਆ ਜਾਣੇ। ਸੂਰਜ ਮੱਲ ਜੀ, ਅਣੀ ਰਾਏ ਜੀ, ਤੇਗ ਬਹਾਦਰ ਸਾਹਿਬ, ਕੋਈ ਕਮੀ ਰਹੇਗੀ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ਇਹਨਾਂ ਦੇ ਘਰ 'ਚ ਸਾਰਾ ਕੁਝ ਆਪੇ ਹੀ ਆ ਜਾਣਾ ਜੀ। ਸੰਗਤਾਂ ਦੇ ਵਿੱਚ ਨਾ ਬਾਬਾ ਜਸਪ੍ਰੀਤ ਸਿੰਘ ਜੀ ਬੈਠੇ ਨੇ ਜੀ। ਹਾਂਜੀ, ਇਹ ਬਾਬਾ ਸੂਰਜ ਮੱਲ ਜੀ ਦੇ ਅੱਗੋਂ ਪਰਿਵਾਰ ਵਿੱਚੋਂ ਨੇ ਜੀ, ਛੇਵੇਂ ਪਾਤਸ਼ਾਹ ਦੇ ਪਰਿਵਾਰ ਵਿੱਚੋਂ। ਪੁੱਛ ਲਓ ਇਹਨਾਂ ਨੂੰ ਕੋਈ ਕਮੀ ਹੈਗੀ ਜੀ? ਗੁਰੂ ਸਾਹਿਬ ਨੇ ਇਹਨਾਂ ਦੇ ਪਰਿਵਾਰ ਬਾਰੇ ਬਚਨ ਕੀਤਾ ਜੀ। ਹਾਂਜੀ, ਗੁਰੂ ਸਾਹਿਬ ਮਹਾਰਾਜ ਕਹਿੰਦੇ ਸਰਬ ਪਦਾਰਥ ਹੋਇਆ ਘਰ ਮਾਹੂ। ਮਹਾਰਾਜ ਕਹਿੰਦੇ ਇਹਨਾਂ ਦੇ ਘਰ 'ਚ ਸਭ ਕੁਝ ਹੀ ਹੋਏਗਾ, ਸਭ ਕੁਝ ਹੀ ਹੋਏਗਾ, ਤੁਸੀਂ ਚਿੰਤਾ ਨਹੀਂ ਕਰਨੀ। ਮਹਾਰਾਜ ਕਹਿੰਦੇ ਹਾਂਜੀ, ਗੁਰਤਾ ਕੀ ਦੀਰਘ ਵਡਿਆਈ। ਬਾਕੀ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਹੈ, ਵੱਡੀ ਵਡਿਆਈ ਹੈ। ਹਾਂਜੀ, ਸੋ ਪ੍ਰਭ ਕੇ ਕਰ ਰਹਿ ਅਹ ਸਦਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਹੀ ਰੱਬ ਨੇ। ਪਰ ਮਹਾਰਾਜ ਮਾਤਾ ਮਰਵਾਹੀ ਜੀ ਨੂੰ ਕਹਿੰਦੇ ਮਰਵਾਹੀ ਜੀ ਸਾਡੇ ਹੱਥ 'ਚ ਨਹੀਂ ਹੈਗੀ ਵੀ ਗੁਰਤਾ ਗੱਦੀ ਕਿਹਨੂੰ ਦੇਣੀ ਹੈ। ਗੁਰਤਾ ਗੱਦੀ ਦੀ ਵਡਿਆਈ ਪਰਮੇਸ਼ਰ ਦੇ ਹੱਥ ਵਿੱਚ ਹੈਗੀ ਹੈ। ਹਾਂਜੀ, ਜੋ ਲਾਇਕ ਸੋਈ ਇਸ ਪਾਵੈ। ਹਾਂਜੀ, ਨਹ ਉਪਾਏ ਤੇ ਕਿਮ ਮਨ ਆਵੈ। ਜਿਹਨੂੰ ਪਰਮੇਸ਼ਰ ਨੇ ਦੇਣੀ ਉਹਨੂੰ ਮਿਲਣੀ ਹੈ। ਅਸਲ 'ਚ ਉਹ ਗੁਰੂ ਅਮਰਦਾਸ ਜੀ ਦਾ ਬਚਨ ਸੀ ਨਾ। ਕੱਲ ਵੀ ਬੇਨਤੀ ਕੀਤੀ ਸੀ ਵੀ ਦਾਦੇ ਕੋਲੋਂ ਪੋਤਰੇ ਨੂੰ ਮਿਲੇਗੀ ਤੇ ਪੋਤਰੇ ਕੋਲੋਂ ਦਾਦੇ ਨੂੰ ਮਿਲੇਗੀ ਜੀ ਗੁਰਤਾ ਗੱਦੀ। ਮਹਾਰਾਜ ਕਹਿੰਦੇ ਧੁਰ ਦਰਗਾਹ ਤੋਂ ਲਿਖਿਆ ਕਹਿਣ ਲੱਗੇ। ਹਾਂਜੀ, ਸੁਤ ਪੋਤਰੇ ਆਦਿਕ ਪ੍ਰਯੋਜੋਏ। ਮਹਾਰਾਜ ਕਹਿੰਦੇ ਸਾਨੂੰ ਪੁੱਤਰ ਵੀ ਬੜੇ ਪਿਆਰੇ ਤੇ ਸਾਨੂੰ ਪੋਤਰੇ ਵੀ ਬੜੇ ਪਿਆਰੇ ਆ। ਉਹੀ ਰੂਪ ਨੇ ਸਾਡੇ ਵਾਸਤੇ, ਸਾਰੇ ਬਰਾਬਰ ਨੇ। ਪਰ ਗੁਰਤਾ ਗੱਦੀ ਦੀ ਵਡਿਆਈ ਧੁਰ ਦਰਗਾਹ ਤੋਂ ਪਰਮੇਸ਼ਰ ਨੇ ਲਿਖੀ ਹੈ। ਕਹਿੰਦੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਹਾਂਜੀ, ਨਹੀਂ ਸਮਰੱਥ ਲੇਬੇ ਕੋਈ। ਮਹਾਰਾਜ ਕਹਿੰਦੇ ਕਿਸੇ ਬੰਦੇ ਦੀ ਤਾਕਤ ਨਹੀਂ ਹੈਗੀ ਕਿ ਆਪਣੀ ਮਰਜ਼ੀ ਨਾਲ ਗੁਰਤਾ ਗੱਦੀ ਲੈ ਲੇ। ਧੀਰਮਲ ਨੇ ਜ਼ੋਰ ਲਾ ਲਿਆ ਜੀ, ਸਾਰਾ ਪੂਰਾ ਜ਼ੋਰ ਲਾ ਲਿਆ। ਬਾਬੇ ਧੀਰਮਲ ਹੋਣਾ ਨੇ ਮਿਲੀ ਨਹੀਂ ਜੀ, ਉਲਟਾ ਕੀਰਤਪੁਰ ਸਾਹਿਬ ਤੋਂ ਬਾਹਰ ਕੱਢਿਆ ਜੀ ਉਹਨਾਂ ਨੂੰ ਜੀ। ਹਾਂਜੀ, ਪ੍ਰਥਮ ਗੁਰਨ ਕੋ ਚਿਤਵੈ ਨਾਹੀ। ਹਾਂਜੀ, ਸਕਲ ਕੁਟੰਬ ਹੁਤੋ ਤਿਨ ਪਾਹੀ। ਮਹਾਰਾਜ ਕਹਿਣ ਲੱਗੇ ਮਰਵਾਹੀ ਜੀ ਪਹਿਲੇ ਸਮੇਂ ਨੂੰ ਚੇਤਾ ਕਰੋ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਹਿਲੇ ਸਮੇਂ ਨੂੰ ਚੇਤਾ ਕਰੋ।
ਪਹਿਲੇ ਸਮੇਂ ਦੇ ਵਿੱਚ ਜੋ ਵਰਤਾਰਾ ਵਰਤਣਾ ਸੀ, ਗੁਰੂ ਸਾਹਿਬ ਦੇ ਕੋਲ ਪਰਿਵਾਰ ਬੈਠਾ ਹੁੰਦਾ ਸੀਗਾ, ਪਰ ਮਹਾਰਾਜ ਸੇਵਕ ਨੂੰ ਗੱਦੀ ਦਿੰਦੇ ਰਹੇ। ਮਹਾਰਾਜ ਕਹਿੰਦੇ ਹਾਂਜੀ, ਦੇਖਿਓ ਉਚਿਤ ਦਾਸ ਕਉ ਦਈ, ਪ੍ਰਿਯ ਸੰਬੰਧੀ ਕਿਨਹੂ ਨ ਲਈ। ਭਾਵੇਂ ਕੋਈ ਪੁੱਤਰ ਹੈ ਤੇ ਕਿੰਨਾ ਵੀ ਪਿਆਰਾ ਰਿਸ਼ਤੇਦਾਰ ਕਿਉਂ ਨਹੀਂ ਹੈਗਾ, ਮਹਾਰਾਜ ਕਹਿਣ ਲੱਗੇ ਉਹਨੂੰ ਨਹੀਂ ਇਹ ਵਡਿਆਈ ਮਿਲੀ। ਕਹਿੰਦੇ ਜਿਹੜੇ ਧੁਰ ਤੋਂ ਪਹਿਲੀ ਬੇਨਤੀ ਕੀਤੀ ਹੈ, ਗੁਰੂ ਜਿਹਨੇ ਬਣਨਾ ਨਾ ਜੀ, ਉਹਨੇ ਇੱਥੇ ਆ ਕੇ ਨਹੀਂ ਬਣਨਾ। ਅੱਜ ਕੱਲ ਦੇ ਸਾਡੇ ਵੀਰ ਕਹਿ ਦਿੰਦੇ ਗੁਰੂ ਅਮਰਦਾਸ ਜੀ ਸੇਵਾ ਕਰਕੇ ਗੁਰੂ ਬਣ ਗਏ। ਨਹੀਂ ਪਿਆਰਿਓ, ਸੇਵਾ ਕਰਕੇ ਸਿੱਖ ਬਣਨਾ, ਸੇਵਾ ਕਰਕੇ ਗੁਰੂ ਨਹੀਂ ਬਣਿਆ ਜਾਂਦਾ ਜੀ। ਜਿਹਨੇ ਗੁਰੂ ਬਣਨਾ ਉਹ ਧੁਰੋਂ ਹੀ ਆਉਂਦੇ ਆ ਜੀ। ਧੁਰ ਦਰਗਾਹ ਤੋਂ ਸਰਟੀਫਿਕੇਟ ਮਿਲਦਾ ਗੁਰੂ ਆਉਣ ਦਾ ਜੀ। ਇਸ ਤਰੀਕੇ ਨਾਲ ਮਹਾਰਾਜ ਨੇ ਮਾਤਾ ਜੀ ਨੂੰ ਬੜਾ ਧੀਰਜ ਦਿੱਤਾ। ਹਾਂਜੀ, ਇਤਿਆਦਿਕ ਕਹਿ ਬਹੁ ਸਮਝਾਈ। ਇਸ ਤਰੀਕੇ ਨਾਲ ਬੜਾ ਸਮਝਾਇਆ ਮਾਤਾ ਮਰਵਾਹੀ ਜੀ ਨੂੰ ਮਹਾਰਾਜ ਨੇ। ਹਾਂਜੀ, ਲਿਆਏ ਬਹੋਰ ਬਿਨੈ ਬਹੁ ਗਾਈ। ਤੇ ਮਾਤਾ ਜੀ ਸਾਧ ਸੰਗਤ ਜੀ ਫਿਰ ਆਪਣੇ ਨਿੱਜੀ ਅਸਥਾਨ ਤੇ ਚਲੇ ਗਏ। ਹਾਂਜੀ, ਸੂਰਜ ਮਲ ਕੋ ਲੈ ਸੰਗ ਭਾਨਾ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਬਾਬਾ ਭਾਨਾ ਜੀ, ਸਤਿਗੁਰੂ ਜੀ ਦੇ ਸੁਪੁੱਤਰ ਬਾਬਾ ਸੂਰਜ ਮੱਲ ਜੀ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਲੈ ਕੇ ਆਏ। ਹੁਣ ਤੁਸੀਂ ਖੁਦ ਸੋਚੋ, ਛੇਵੇਂ ਪਾਤਸ਼ਾਹ ਦੀ ਸ਼ਖਸੀਅਤ ਕਿੱਡੀ ਵੱਡੀ ਹੋਏਗੀ ਜੀ। ਸਕੇ ਪੁੱਤ ਨੇ ਬਾਬਾ ਸੂਰਜ ਮੱਲ ਜੀ ਗੁਰੂ ਸਾਹਿਬ ਜੀ ਦੇ ਜੀ, ਬਿਲਕੁਲ ਸਕੇ ਪੁੱਤਰ ਨੇ। ਪਰ ਬਾਬਾ ਸੂਰਜ ਮੱਲ ਜੀ ਇੰਨਾ ਜ਼ਿਆਦਾ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ, ਬਿਨਾਂ ਆਗਿਆ ਸਾਹਮਣੇ ਨਹੀਂ ਜਾਂਦੇ ਜੀ। ਬਿਨਾਂ ਆਗਿਆ ਗੱਲ ਨਹੀਂ ਕਰਦੇ ਗੁਰੂ ਸਾਹਿਬ ਦੇ ਸਾਹਮਣੇ। ਡਰ ਇੰਨਾ ਜੀ, ਭੈ ਭਾਵਨੀ ਇੰਨੀ ਹੈ ਜੀ। ਬਾਬਾ ਸੂਰਜ ਮੱਲ ਜੀ ਨੂੰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੈ ਕੇ ਆਂਦਾ ਜੀ। ਹਾਂਜੀ, ਸ਼੍ਰੀ ਹਰਗੋਬਿੰਦ ਨਿਕਟ ਪਿਆਨਾ। ਬਾਬਾ ਜੀ ਬਾਬਾ ਸੂਰਜ ਮੱਲ ਜੀ, ਜਿਨ੍ਹਾਂ ਦਾ ਚਿਹਰਾ ਮੂਹਰਾ ਛੇਵੇਂ ਪਾਤਸ਼ਾਹ ਦੇ ਨਾਲ ਹੀ ਮਿਲਦਾ ਜੀ। ਪੁੱਤਰ ਨੇ ਨਾ ਮਹਾਰਾਜ ਦੇ, ਸਾਹਿਬਜ਼ਾਦੇ ਨੇ। ਬਾਬਾ ਸੂਰਜ ਮੱਲ ਜੀ ਨੂੰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੈ ਕੇ ਆਂਦਾ ਜੀ। ਬਾਬਾ ਜੀ ਲਾਗੇ ਆ ਕੇ ਬੈਠ ਗਏ ਜੀ। ਹਾਂਜੀ, ਪਹੁੰਚ ਬੰਦਨਾ ਕੀਨ ਅਗਾਰੀ। ਬੜੇ ਪਿਆਰ ਨਾਲ ਪਹੁੰਚ ਕੇ ਨਾ ਤੇ ਪਹਿਲਾਂ ਬਾਬਾ ਸੂਰਜ ਮੱਲ ਜੀ ਨੇ ਮੱਥਾ ਟੇਕਿਆ ਗੁਰੂ ਸਾਹਿਬ ਨੂੰ। ਆਪਾਂ ਵੀ ਟੇਕੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੋਬਿੰਦ ਸਾਹਿਬ ਜੀ ਮਹਾਰਾਜ। ਬਾਬਾ ਜੀ ਨੇ ਬੜੇ ਪ੍ਰੇਮ ਨਾਲ ਛੇਵੇਂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਭਾਨੇ ਸਗਰੀ ਬਾਤ ਉਚਾਰੀ। ਤੇ ਬਾਬਾ ਭਾਨਾ ਜੀ ਨੇ ਸਾਰੀ ਗੱਲ ਕੀਤੀ। ਸੱਚੇ ਪਾਤਸ਼ਾਹ ਮਹਾਰਾਜ, ਇਹ ਆਪ ਜੀ ਦੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਸੂਰਜ ਮੱਲ ਜੀ ਮਹਾਰਾਜ, ਆਪ ਜੀ ਸਰੀਰ ਤਿਆਗਣ ਲੱਗੇ ਹੋ, ਇਹਨਾਂ ਦਾ ਮਨ ਉਚਾਟ ਹੋ ਗਿਆ। ਉਚਾਟ ਹੋ ਗਿਆ, ਹੁੰਦਾ ਹੀ ਹੈ ਜੀ। ਪਿਤਾ ਨੇ ਪਿਆਰਿਓ, ਜਿਹੜੇ ਮਹਾਰਾਜ ਦੇ ਸਿੱਖ ਨੇ ਉਹਨਾਂ ਦਾ ਸੁਣ ਕੇ ਮਨ ਉਚਾਟ ਹੋ ਗਿਆ, ਤੇ ਜਿਹੜੇ ਪੁੱਤਰ ਨੇ ਉਹਨਾਂ ਦਾ ਨਹੀਂ ਹੋਇਆ ਜੀ। ਮਹਾਰਾਜ ਇਹਨਾਂ ਦਾ ਮਨ ਉਚਾਟ ਹੋ ਗਿਆ। ਹਾਂਜੀ, ਕਹੋ ਸੂਰਜ ਮਲ ਕਿਆ ਚਿਤ ਹੈ। ਸੱਚੇ ਪਾਤਸ਼ਾਹ ਜੀ ਨੇ ਬਾਬਾ ਸੂਰਜ ਮੱਲ ਜੀ ਵੱਲ ਦੇਖਿਆ ਤੇ ਦੇਖ ਕੇ ਆਪਣੇ ਮੁਖ ਤੋਂ ਮਹਾਰਾਜ ਕਹਿਣ ਲੱਗੇ, ਕਹੋ ਸੂਰਜ ਮੱਲ ਕਿਆ ਚਿਤ ਹੈ। ਮਹਾਰਾਜ ਕਹਿੰਦੇ, ਸੂਰਜ ਮੱਲ ਜੀ ਦੱਸੋ ਮਨ ਵਿੱਚ ਕੀ ਫੁਰਨਾ। ਮਹਾਰਾਜ ਕਹਿਣ ਲੱਗੇ, ਦੱਸੋ ਤੁਹਾਡਾ ਕੀ ਫੁਰਨਾ ਹੈਗਾ। ਹਾਂਜੀ, ਗੁਰੂ ਬਨਨ ਕੋ ਮਨ ਮੈਂ ਚਾਹੈ। ਦੇਖੋ ਮਹਾਰਾਜ ਨੇ ਪਰਖਿਆ ਬਾਬਾ ਸੂਰਜ ਮੱਲ ਜੀ ਨੂੰ। ਆਗਿਆ 'ਚ ਰਹਿੰਦੇ ਸੀਗੇ ਬਾਬਾ ਸੂਰਜ ਮੱਲ ਜੀ। ਮਹਾਰਾਜ ਨੇ ਪਰਖਿਆ। ਮਹਾਰਾਜ ਕਹਿੰਦੇ, ਦੱਸੋ ਬਾਬਾ ਸੂਰਜ ਮੱਲ ਜੀ, ਗੁਰੂ ਬਣਾ ਦਈਏ ਤੁਹਾਨੂੰ। ਆਖੋ ਵਾਹਿਗੁਰੂ। ਗੁਰੂ ਬਣਾ ਦਈਏ। ਜੇ ਫੁਰਨਾ ਗੁਰਤਾ ਗੱਦੀ ਲੈਣ ਦਾ ਤੇ ਦੱਸ ਦਿਓ। ਤੇ ਜੇ ਬਾਬਾ ਸੂਰਜ ਮੱਲ ਦੀ ਯੈਸ ਕਰ ਦਿੰਦੇ, ਹਾਂ ਕਰ ਦਿੰਦੇ, ਤੇ ਮਹਾਰਾਜ ਨੇ ਜੋ ਮਹਾਰਾਜ ਨੇ ਕਿਹਾ ਫਿਰ ਕਰਨਾ ਸੀ ਮਹਾਰਾਜ ਨੇ। ਪਰ ਮਹਾਰਾਜ ਪਰਖ ਰਹੇ ਸੀਗੇ ਜੀ। ਚੇਤਾ ਰੱਖਿਓ, ਇਹ ਵੀ ਗੱਲ ਸਾਰਿਆਂ ਨੂੰ ਨਹੀਂ ਤੇ ਕਹੀ ਜਾ ਸਕਦੀ ਜੀ। ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਨੂੰ ਕਿਹਾ ਸੀ, ਭਾਈ ਪਾਰੋ ਦੱਸ ਤੈਨੂੰ ਗੁਰੂ ਬਣਾ ਦਈਏ, ਗੁਰਤਾ ਗੱਦੀ ਦੇ ਦਈਏ।
ਤੇ ਭਾਈ ਪਾਰੋ ਜੀ ਹੱਥ ਜੋੜ ਕੇ ਕਹਿੰਦੇ ਮੋਕੋ ਗੁਰਸਿੱਖੀ ਹੀ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ। ਮਹਾਰਾਜ ਬਾਬਾ ਸੂਰਜਮਲ ਜੀ ਨੂੰ ਕਹਿਣ ਲੱਗੇ ਬਾਬਾ ਜੀ ਦੱਸੋ ਗੁਰੂ ਬਣਾ ਦਈਏ, ਕਹਿੰਦੇ ਗੁਰ ਤਾਂ ਗੱਦੀ ਦੇ ਦਈਏ ਤੁਹਾਨੂੰ। ਹਾਂਜੀ ਹਾਥ ਜੋਰ ਥਿਰ ਸਮੁਖ ਬਖਾਨਾ। ਤੇ ਬਾਬਾ ਸੂਰਜਮਲ ਜੀ ਨਿਮਰਤਾ ਨਾਲ ਭਰ ਗਏ ਜੀ। ਇੱਕ ਤੇ ਅੱਗੇ ਬੈਰਾਗ ਸੀ ਵੀ ਸਤਿਗੁਰੂ ਜੀ ਨੇ ਸਰੀਰ ਤਿਆਗ ਦੇਣਾ। ਹਾਂਜੀ ਤੇ ਬਾਬਾ ਸੂਰਜਮਲ ਜੀ ਨਿਮਰਤਾ ਨਾਲ ਭਰ ਗਏ। ਸੀਸ ਤੋਂ ਲੈ ਕੇ ਚਰਨਾਂ ਤੱਕ ਸਾਰਾ ਸਰੀਰ ਨਿਮਰਤਾ ਦੇ ਨਾਲ ਭਰ ਗਿਆ। ਤੇ ਹੱਥ ਜੋੜੇ ਬਾਬਾ ਸੂਰਜਮਲ ਜੀ ਨੇ, ਹੱਥ ਜੋੜ ਕੇ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮੈਂ ਨਾ ਮਨੋਰਥ ਮਨ ਇਮਠਾਨਾ। ਵੇਖੋ ਮਾਤਾ ਮਰਵਾਹੀ ਜੀ ਆਪਣੇ ਵੱਲੋਂ ਹੀ ਕਹੀ ਜਾਂਦੇ ਆ ਜੀ ਵੀ ਸੂਰਜਮਲ ਜੀ ਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ, ਸੂਰਜਮਲ ਜੀ ਨੂੰ ਗੁਰੂ ਬਣਨਾ ਚਾਹੀਦਾ ਸੀ ਬਾਬਾ ਗੁਰਦਿੱਤਾ ਜੀ ਤੋਂ ਬਾਅਦ। ਤੇ ਜਦੋਂ ਮਹਾਰਾਜ ਨੇ ਬਾਬਾ ਸੂਰਜਮਲ ਜੀ ਨੂੰ ਪੁੱਛਿਆ ਤੇ ਬਾਬਾ ਸੂਰਜਮਲ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੇ ਇਹੋ ਜੀ ਸੋਚ ਹੀ ਨਹੀਂ ਸੋਚੀ ਆਪਣੇ ਮਨ ਵਿੱਚ। ਗੱਜ ਕੇ ਆਖੋ ਫੇਰ ਆਖੋ ਸਾਰੇ ਵਾਹਿਗੁਰੂ। ਮਹਾਰਾਜ ਮੈਂ ਤਾਂ ਆਪਣੇ ਮਨ 'ਚ ਸੋਚ ਹੀ ਨਹੀਂ ਇਹੋ ਜੀ ਸੋਚੀ ਵੀ ਮੈਂ ਗੁਰੂ ਬਣਨਾ ਹੈ। ਵੇਖੋ ਨਾ ਜੀ ਗੁਰੂ ਸਾਹਿਬ ਦੇ ਪੁੱਤਰ ਹੋਣ ਤੇ ਇਹ ਫੁਰਨਾ ਹੀ ਨਾ ਬਣਾਉਣ ਵੀ ਮੈਂ ਗੁਰੂ ਬਣਨਾ ਜੀ। ਹਾਂਜੀ ਉਹ ਮਾਤਾ ਜੀ ਜਿਹੜੇ ਸੀ ਨਾ ਜੀ ਉਹ ਬਾਰ-ਬਾਰ ਕਹੀ ਜਾਂਦੇ ਵੀ ਤੁਹਾਨੂੰ ਗੁਰੂ ਬਣਾਉਣਾ, ਗੁਰੂ ਬਣਾਉਣਾ ਜੀ। ਮੈਂ ਨਾ ਮਨੋਰਥ ਏਮ ਮਨ ਠਾਨਾ। ਸੱਚੇ ਪਾਤਸ਼ਾਹ ਮੈਂ ਆਪਣੇ ਮਨ ਵਿੱਚ ਇਹ ਸੋਚ ਨਹੀਂ ਸੋਚੀ। ਹਾਂਜੀ ਜੇ ਪ੍ਰਸੰਨਤਾ ਆਪਣੀ ਠਾਨਹ। ਮਹਾਰਾਜ ਕਹਿੰਦੇ ਫਿਰ ਸੂਰਜਮਲ ਜੀ ਦੱਸੋ ਕੀ ਚਾਹੀਦਾ ਹੈ। ਤੇ ਬਾਬਾ ਸੂਰਜਮਲ ਜੀ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਮੇਰੇ ਤੇ ਖੁਸ਼ ਹੋ ਨਾ ਤੇ ਮੇਰੇ ਤੇ ਖੁਸ਼ੀ ਕਰਨੀ ਚਾਹੁੰਦੇ ਹੋ ਆਪਣੀ। ਹਾਂਜੀ ਮੁਝ ਕੋ ਦੇਨੋ ਉਚਿਤ ਹੈ ਜਾਨਹੁ। ਤੇ ਜੇ ਮੈਨੂੰ ਕੁਝ ਦੇਣਾ ਉਚਿਤ ਸਮਝਦੇ ਹੋ ਵੀ ਸੂਰਜਮਲ ਨੂੰ ਆਹ ਚੀਜ਼ ਦੇ ਦਈਏ, ਜੇ ਕੁਝ ਉਚਿਤ ਸਮਝਦੇ ਹੋ ਤੋ ਸਿੱਖੀ ਆਪਣੀ ਮੁਝ ਦੀਜੈ। ਤੇ ਬਾਬਾ ਸੂਰਜਮਲ ਜੀ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਫੇਰ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਆਪਣੀ ਸਿੱਖੀ ਬਖਸ਼ਿਸ਼ ਕਰ ਦਿਓ। ਸਤਿ ਸ੍ਰੀ ਅਕਾਲ। ਗੁਰੂ ਨਹੀਂ ਬਣਨਾ ਸਿੱਖ ਬਣਨਾ ਹੈ। ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਪਤਾ ਕਦੋਂ ਸਿੱਖੀ ਦਿੱਤੀ? ਆਪਣੇ ਪੁੱਤਰ ਨੂੰ ਗੁਰੂ ਅਮਰਦਾਸ ਜੀ ਨੇ। ਬਾਬਾ ਮੋਹਰੀ ਜੀ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ। ਮਹਾਰਾਜ ਕਹਿਣ ਲੱਗੇ ਬਾਬਾ ਮੋਹਰੀ ਜੀ ਨੂੰ ਮੋਹਰੀ ਤੂੰ ਸਭ ਦਾ ਮੋਹਰੀ ਹੋਇਓ, ਅੱਜ ਤੈਨੂੰ ਆਪਾਂ ਆਪੇ ਸਿੱਖੀ ਦੇਣੇ ਆ। ਮਹਾਰਾਜ ਕਹਿਣ ਲੱਗੇ ਲੋਕਾਂ ਦੀਆਂ 21 ਕੁੱਲਾਂ ਤਰਦੀਆਂ ਤੇਰੀਆਂ 42 ਤਰਨਗੀਆਂ। ਬਾਬਾ ਮੋਹਰੀ ਜੀ ਨੂੰ ਮਹਾਰਾਜ ਨੇ ਬਚਨ ਕੀਤਾ। ਉਸ ਦਿਨ ਸਿੱਖੀ ਦਿੱਤੀ ਗੁਰੂ ਅਮਰਦਾਸ ਜੀ ਨੇ। ਅੱਗੇ ਪੋਤੀ ਬਣਾ ਕੇ ਰੱਖਿਆ ਸੀ ਪਰ ਜਦੋਂ ਆਗਿਆ ਮੰਨੀ ਉਸ ਦਿਨ ਸਿੱਖ ਬਣਾਇਆ। ਬਾਬਾ ਸੂਰਜਮਲ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਜੇ ਕੁਝ ਦੇਣਾ ਤਾਂ ਸਿੱਖੀ ਆਪਣੀ ਮੁਝ ਦੀਜੈ। ਮਹਾਰਾਜ ਫਿਰ ਆਪਣੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਗੁਰਤਾ ਭਾਰ ਨਾ ਸਹੁ ਲਖੀਜੈ। ਸੱਚੇ ਪਾਤਸ਼ਾਹ ਮੈਂ ਗੁਰਤਾ ਗੱਦੀ ਦਾ ਭਾਰ ਨਹੀਂ ਸਹਿ ਸਕਦਾ। ਮਹਾਰਾਜ ਗੁਰਤਾ ਗੱਦੀ ਦੀ ਪੰਡ ਬਹੁਤ ਭਾਰੀ ਹੈ, ਮੈਂ ਇਹ ਭਾਰ ਨਹੀਂ ਚੁੱਕ ਸਕਦਾ, ਮੈਂ ਇਹ ਪੰਡ ਨਹੀਂ ਚੁੱਕ ਸਕਦਾ। ਇਹ ਪੰਡ ਕੋਈ ਵੀ ਨਹੀਂ ਚੁੱਕ ਸਕਦਾ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਦੀ ਸਿੱਖੀ ਬਖਸ਼ਿਸ਼ ਕਰੋ। ਬਾਬਾ ਸੂਰਜਮਲ ਜੀ ਨੇ ਵੇਖੋ ਸਿੱਖੀ ਨੂੰ ਸਭ ਤੋਂ ਉੱਤਮ ਜਾਣਿਆ ਬਾਬਾ ਸੂਰਜਮਲ ਜੀ ਨੇ, ਤਾਈਓ ਸਿੱਖੀ ਮੰਗੀ ਨਾ ਜੀ। ਹਾਂਜੀ ਸੁਨਤ ਪ੍ਰਸੰਨ ਕਿਰਪਾ ਨਿਧ ਹੋਏ। ਜਦੋਂ ਮਹਾਰਾਜ ਨੇ ਸੁਣਿਆ ਬਾਬਾ ਸੂਰਜਮਲ ਜੀ ਸਭ ਕੁਝ ਛੱਡ ਕੇ ਸਿੱਖੀ ਦੀ ਦਾਤ ਮੰਗ ਰਹੇ ਹਨ, ਮਹਾਰਾਜ ਬੜੇ ਖੁਸ਼ ਹੋਏ ਜੀ। ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ।
ਸੋ ਪ੍ਰਸੰਨ ਹੋਏ ਸੁਤ ਅਵਲੋਏ। ਤੇ ਪ੍ਰਸੰਨ ਹੋ ਕੇ ਨਾ ਬਾਬਾ ਸੂਰਜਮਲ ਜੀ ਦਾ ਚਿਹਰਾ ਦੇਖਿਆ ਮਹਾਰਾਜ ਨੇ, ਮੁਖਾਰਬਿੰਦ ਦੇਖਿਆ ਬਾਬਾ ਸੂਰਜਮਲ ਜੀ ਦਾ। ਸਾਧ ਸਾਧ ਤੈਂ ਸਭ ਕੁਛ ਲੀਨਾ। ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ, ਬਾਬਾ ਸੂਰਜਮਲ ਜੀ ਦਾ ਚਿਹਰਾ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸ਼ਾਬਾਸ਼ ਸ਼ਾਬਾਸ਼, ਸਿੱਖੀ ਮੰਗ ਕੇ ਤੁਸੀਂ ਸਾਰਾ ਕੁਝ ਹੀ ਲੈ ਲਿਆ। ਮਹਾਰਾਜ ਕਹਿਣ ਲੱਗੇ ਸਾਰਾ ਕੁਝ ਹੀ ਲੈ ਲਿਆ। ਹੁਣ ਸਾਰਾ ਕੁਝ ਦੇ ਵਿੱਚ ਤਾਂ ਫਿਰ ਸਾਰਾ ਕੁਝ ਹੀ ਹੈਗਾ ਸਾਧ ਸੰਗਤ ਜੀ। ਹਾਂਜੀ, ਗੁਰਤਾ ਆਦਿਕ ਜੇ ਵਥ ਪੀਨਾ। ਹਜੂਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਗੁਰਤਾ ਆਦ ਪਦਾਰਥ ਜਿਹੜੇ ਹੋਰ ਵੀ ਵੱਡੇ ਵੱਡੇ ਪਦਾਰਥ ਨੇ ਨਾ, ਸਿੱਖੀ ਮੰਗ ਕੇ ਤੁਸੀਂ ਉਹ ਵੀ ਲੈ ਲਏ। ਸਮਾਂ ਆਇਆ ਸੀ ਬਾਬਾ ਸੂਰਜਮਲ ਜੀ ਦਾ ਅੱਗੋਂ ਪਰਿਵਾਰ, ਸਾਧ ਸੰਗਤ ਜੀ, ਕੁਝ ਸਮਾਂ ਆਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਨੇ ਉਹਨਾਂ ਤੇ ਵੀ ਬਖਸ਼ਿਸ਼ ਕੀਤੀ ਜੀ। ਫਿਰ ਜੀ ਮਹਾਰਾਜ ਕਹਿੰਦੇ, ਤੁਸੀਂ ਸਿੱਖੀ ਮੰਗ ਲਈ ਨਾ, ਤੁਸੀਂ ਸਭ ਕੁਝ ਹੀ ਲੈ ਲਿਆ। ਬਾਬਾ ਸੂਰਜਮਲ ਜੀ ਤੋਂ ਸਿੱਖਿਆ ਲਓ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਜੋ ਚਾਹੁੰਦੇ ਮਹਾਰਾਜ ਕੋਲੋਂ ਲੈ ਸਕਦੇ ਸੀ, ਪਰ ਉਹਨਾਂ ਨੇ ਸਤਿਗੁਰਾਂ ਨੂੰ ਕਿਹਾ, ਮਹਾਰਾਜ ਆਪ ਦੀ ਸਿੱਖੀ ਬਖਸ਼ਿਸ਼ ਕਰੋ। ਅਸੀਂ ਵੀ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਆਪਣੀ ਸਿੱਖੀ ਬਖਸ਼ਿਸ਼ ਕਰੋ। ਜਦੋਂ ਵੀ ਮਹਾਰਾਜ ਜੀ ਦੇ ਸਾਹਮਣੇ ਖਲੋਣਾ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ, ਤੇ ਮਨ 'ਚ ਇਹ ਭਾਵਨਾ ਬਣਾ ਲੈਣੀ ਵੀ ਮਹਾਰਾਜ ਖੰਡਾਂ ਬਰਪੰਡਾਂ ਦੇ ਮਾਲਕ ਨੇ, ਤੇ ਮੇਰੀ ਗੱਲ ਮਹਾਰਾਜ ਸੁਣ ਰਹੇ ਨੇ। ਸੱਚੇ ਪਾਤਸ਼ਾਹ ਅੰਦਰ ਪਿਆਰ ਹੋਣਾ ਚਾਹੀਦਾ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਜ ਪਾਠ ਕਰਦਿਆਂ ਇੱਕ ਬਚਨ ਆਇਆ, ਕਹਿੰਦੇ ਜ਼ਰੂਰੀ ਨਹੀਂ ਹੈ ਹਾਥੀ ਵੱਡਾ ਤੇ ਕੀੜੀ ਛੋਟੀ ਹੈ, ਤੇ ਹਾਥੀ ਦੀ ਗੱਲ ਪਹਿਲਾਂ ਪਹੁੰਚ ਜੇਗੀ। ਦਸਵੇਂ ਪਾਤਸ਼ਾਹ ਕਹਿੰਦੇ, ਸੁਣੋ, ਕੀੜੀ ਭਾਵੇਂ ਛੋਟੀ ਹੈ, ਪਰ ਜੇ ਉਹ ਦਿਲੋਂ ਪੁਕਾਰੇ ਤੇ ਪਹਿਲਾਂ ਕੀੜੀ ਦੀ ਪੁਕਾਰ ਪਹੁੰਚ ਜਾਂਦੀ ਜੇ। ਮਹਾਰਾਜ ਜੀ ਦਾ ਬਚਨ ਹੈ ਦਸਵੇਂ ਪਾਤਸ਼ਾਹ ਦਾ। ਮਹਾਰਾਜ ਕਹਿੰਦੇ, ਤੁਸੀਂ ਸਾਰਾ ਕੁਝ ਹੀ ਲੈ ਲਿਆ ਸਾਡੇ ਕੋਲੋਂ। ਜਿਹਨੇ ਖੁਸ਼ੀ ਲੈ ਲਈ ਉਹਨੇ ਸਭ ਕੁਝ ਹੀ ਲੈ ਲਿਆ ਜੀ। ਹਾਂਜੀ, ਸਿੱਖੀ ਕੇ ਅਧੀਨ ਹੈ ਸਾਰੀ। ਮਹਾਰਾਜ ਕਹਿਣ ਲੱਗੇ, ਗੁਰਤਾ ਗੱਦੀ ਤੇ ਹੋਰ ਜਿਹੜੇ ਪਦਾਰਥ ਨੇ ਇਹ ਸਿੱਖੀ ਦੇ ਅਧੀਨ ਹੀ ਨੇ। ਗੁਰੂ ਸਾਹਿਬ ਸੰਗਤਾਂ ਦੇ ਅਧੀਨ ਨੇ। ਸਾਧ ਸੰਗਤ ਜੀ, ਗੋਬਿੰਦ ਭਾਉ ਭਗਤ ਦਾ ਭੁੱਖਾ। ਹਾਂਜੀ, ਬਦਹ ਬੰਸ ਬਹੁ ਦੋਹੇ ਅਗਾਰੀ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਬਾਬਾ ਸੂਰਜਮਲ ਜੀ ਨੂੰ, ਸੂਰਜਮਲ ਜੀ ਤੁਹਾਡੀ ਬੰਸ ਬੜੀ ਵਧੇਗੀ ਫੁੱਲੇਗੀ। ਕਹਿਣ ਲੱਗੇ, ਤੁਹਾਡਾ ਪਰਿਵਾਰ ਵਧੇਗਾ ਫੁੱਲੇਗਾ। ਤੇ ਵੇਖ ਲਓ ਬਾਬਾ ਜੀ ਬੈਠੇ ਨੇ ਬਾਬਾ ਜੀ ਦੇ ਪਰਿਵਾਰ ਵਿੱਚੋਂ ਜੀ, ਬਾਬਾ ਸੂਰਜਮਲ ਜੀ ਦੇ ਪਰਿਵਾਰ ਵਿੱਚੋਂ ਬੈਠੇ ਨੇ। ਗੁਰੂ ਜੀ ਦੇ ਬਚਨਾਂ ਦੇ ਸਦਕਾ ਇਹਨਾਂ ਦਾ ਪਰਿਵਾਰ ਵੱਧਦਾ ਫੁੱਲਦਾ ਜੀ। ਮਹਾਰਾਜ ਕਹਿੰਦੇ, ਤੁਹਾਡਾ ਪਰਿਵਾਰ ਬਹੁਤ ਵਧੇਗਾ ਫੁੱਲੇਗਾ। ਹਾਂਜੀ, ਗੁਰਤਾ ਭੀ ਪ੍ਰਾਪਤੀ ਹੋਏ ਜੈ ਹੈ। ਮਹਾਰਾਜ ਕਹਿੰਦੇ, ਸਮਾਂ ਆਏਗਾ ਗੁਰਤਾ ਗੱਦੀ ਵੀ ਮਿਲੇਗੀ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਫਿਰ ਸਮਾਂ ਆਇਆ ਸੀ ਨਾ, ਮਹਾਰਾਜ ਨੇ ਆਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਨੇ ਤਿਆਗਿਆ ਸੀ, ਤੇ ਬਾਬਾ ਸੂਰਜਮਲ ਜੀ ਦੇ ਪਰਿਵਾਰ ਵਿੱਚੋਂ ਵੰਸ਼ਜ ਜਿਹੜੀ ਸੀ ਆਨੰਦਪੁਰ ਸਾਹਿਬ 'ਚ, ਉਸ ਆਸਣ ਤੇ ਉਹ ਬੈਠਦੇ ਰਹੇ ਜੀ ਅੱਗੋਂ ਜੀ। ਹਾਂਜੀ, ਅਦਕ ਵਡਾਈ ਕੋ ਤਬ ਪੈ ਹੈ। ਮਹਾਰਾਜ ਕਹਿੰਦੇ, ਬੜੀ ਵਡਿਆਈ ਮਿਲੇਗੀ ਤੁਹਾਡੇ ਪਰਿਵਾਰ ਨੂੰ, ਕਿਉਂਕਿ ਤੁਸੀਂ ਸਿੱਖੀ ਮੰਗੀ ਹੈ। ਹਾਂਜੀ, ਚਲਹਿ ਪੰਥ ਮੇਰੋ ਜਗ ਭਾਰੀ। ਸਾਡਾ ਪੰਥ ਜਗਤ ਵਿੱਚ ਚੱਲੇਗਾ, ਬੜਾ ਵੱਡਾ ਜਸ ਹੋਏਗਾ। ਮਹਾਰਾਜ ਕਹਿਣ ਲੱਗੇ, ਸੋ ਸਭ ਪੂਜਾ ਕਰਹਿ ਤੁਮਾਰੀ। ਸਾਡਾ ਪੰਥ ਤੁਹਾਡੀ ਪਰਿਵਾਰ ਦੀ ਤੁਹਾਡੀ ਪੂਜਾ ਕਰਿਆ ਕਰੇਗਾ, ਸਤਿਕਾਰ ਕਰਿਆ ਕਰੇਗਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਤੇ ਗੁਰੂ ਸਾਹਿਬ ਦੀ ਮਿਹਰ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ, ਕਿਸੂ ਵਸਤ ਕੀ ਕਮੀ ਨਾ ਹੋਏ। ਹਾਂਜੀ, ਆਸ ਨਿਜ ਬੰਸ ਤੋਹੇ ਜਗ ਜੋਏ। ਤੁਹਾਡਾ ਇਹੋ ਜਿਹਾ ਵੰਸ਼ ਹੋਏਗਾ। ਇਹ ਗੁਰੂ ਸਾਹਿਬ ਦੇ ਬਚਨ 'ਚ 6ਵੇਂ ਪਾਤਸ਼ਾਹ ਜੀ ਦੇ, ਤੁਹਾਡਾ ਐਸਾ ਪਰਿਵਾਰ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ,
ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਹੋਏਗੀ। ਪੁੱਛੋ ਬਾਬਿਆਂ ਨੂੰ ਹੈਗੀ ਕਮੀ ਦੀ? ਹਾਂਜੀ, ਮਹਾਰਾਜ ਜੀ ਦੇ ਬਚਨ ਨੇ ਜੀ, ਕਮੀ ਹੋ ਹੀ ਨਹੀਂ ਸਕਦੀ ਜੀ। ਹਾਂਜੀ, ਸਿੱਖੀ ਜਾਚਨ ਤੇ ਸਭ ਪਾਈ। ਕਿਉਂ? ਤੁਸਾਂ ਸਿੱਖੀ ਮੰਗ ਲਈ ਹੈ। ਸਿੱਖੀ ਮੰਗ ਕੇ ਤੁਸੀਂ ਸਭ ਕੁਝ ਹੀ ਪ੍ਰਾਪਤ ਕਰ ਲਿਆ, ਮਹਾਰਾਜ ਕਹਿਣ ਲੱਗੇ। ਹਾਂਜੀ, ਤੋਹੇ ਬੰਸ ਕੀ ਵਧਹ ਵਡਾਈ। ਤੁਹਾਡੇ ਵੰਸ਼ ਦੀ ਵਡਿਆਈ ਵਧੇਗੀ, ਮਹਾਰਾਜ ਕਹਿਣ ਲੱਗੇ, ਵਡਿਆਈ ਵਧੇਗੀ। ਹਾਂਜੀ, ਗੁਰੂ ਪਿਤਾ ਕੇ ਸੁਨ ਕਰ ਬੈਨ। ਤੇ ਜਦੋਂ ਬਾਬਾ ਸੂਰਜ ਮੱਲ ਜੀ ਨੇ ਆਪਣੇ ਪਿਤਾ ਜੀ ਦੇ ਬਚਨ ਸੁਣੇ ਨਾ ਜੀ, ਖੇਡ ਹੈ ਹੀ ਬਚਨਾਂ ਦੀ ਹੈ ਸਾਰੀ। ਜਦੋਂ ਬਚਨ ਸੁਣ ਲਏ, ਬੰਧਨ ਕੀਨ ਨੀਚ ਕਰ ਨੈਣ। ਨੇਤਰ ਨੇਵੇਂ ਕੀਤੇ ਤੇ ਆਪਣੇ ਸਤਿਗੁਰੂ, ਆਪਣੇ ਮਾਲਕ ਦੇ ਚਰਨਾਂ 'ਚ ਮੱਥਾ ਟੇਕਿਆ ਜੀ। ਆਪਾਂ ਵੀ ਟੇਕੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ। ਬਾਬਾ ਸੂਰਜ ਮੱਲ ਜੀ ਨੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਜੀ। ਹਾਂਜੀ, ਸਕਲ ਬਾਗ ਜਨਨੀ ਸੰਗ ਕਹੇ। ਤੇ ਜਾ ਕੇ ਨਾ ਫਿਰ ਆਪਣੀ ਮਾਤਾ ਨੂੰ ਬਾਬਾ ਜੀ ਨੇ ਕਿਹਾ ਜੀ। ਹਾਂਜੀ, ਸੋਨ ਕਾਸ਼ ਰਿਸ ਔਰ ਹਾਨੀ ਲਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਜਾ ਕੇ ਆਪਣੀ ਮਾਤਾ ਨੂੰ ਦੱਸੇ। ਮਾਤਾ ਜੀ, ਤੁਸੀਂ ਐਵੇਂ ਹੀ ਸੋਚੀ ਜਾਂਦੇ ਤੇ ਗੁਰੂ ਸਾਹਿਬ ਨੇ ਤੇ ਸਾਡੀਆਂ ਝੋਲੀਆਂ ਭਰ ਦਿੱਤੀਆਂ ਨੇ, ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ। ਪਰ ਮਾਤਾ ਜੀ ਨੇ ਮਨ 'ਚ ਸੀਗੀ ਵੀ ਗੁਰਤਾ ਗੱਦੀ ਮਿਲੇ। ਪਰ ਜਦੋਂ ਸੁਣਿਆ ਨਾ ਮਾਤਾ ਜੀ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਸਭ ਕੁਝ ਹੀ ਮਿਲ ਗਿਆ, ਸਭ ਕੁਝ ਹੀ ਮਿਲ ਗਿਆ, ਤੇ ਮਾਤਾ ਜੀ ਦੇ ਹਿਰਦੇ ਚੋਂ ਵੀ ਗੱਲ ਨਿਕਲ ਗਈ ਜੀ। ਹਾਂਜੀ, ਸਿਆਣੇ ਪੁੱਤ ਨੂੰ ਲੈਣ ਦਾ ਤਰੀਕਾ ਹੋਵੇ, ਉਹ ਬਹੁਤ ਕੁਝ ਲੈ ਸਕਦਾ ਜੀ। ਚੇਤਾ ਰੱਖਿਓ, ਬਾਪ ਦਾ ਤਾਂ ਹੈ ਹੀ ਸਭ ਕੁਝ ਪੁੱਤਰਾਂ ਵਾਸਤੇ ਜੀ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ। ਇਹ ਘਰ ਕੱਲਾ ਪੁੱਤਰ ਬਾਪ ਵਾਲਾ ਨਹੀਂ ਹੈ, ਸਿੱਖ ਵਾਲਾ ਤੇ ਠਾਕਰ ਵਾਲਾ ਵੀ ਹੈਗਾ ਜੀ। ਤੇ ਜੇ ਸੇਵਕਾਂ ਨੂੰ ਮਹਾਰਾਜ ਨਿਹਾਲ ਕਰਦੇ ਤੇ ਪੁੱਤਰਾਂ ਨੂੰ ਨਹੀਂ ਕਰਨਗੇ ਜੀ। ਬਾਪ ਦਾ ਤੇ ਹੁੰਦਾ ਹੀ ਸਭ ਕੁਝ ਆਪਣੇ ਪੁੱਤਰਾਂ ਵਾਸਤੇ ਹੈ ਜੀ। ਕੀ ਨਹੀਂ ਕਰਦਾ ਬਾਪ ਆਪਣੇ ਬੱਚਿਆਂ ਵਾਸਤੇ ਜੀ। ਹਾਂਜੀ, ਨਿਸ਼ਫਲ ਬਾਕ ਨ ਇਨਕੇ ਹੋਏ। ਤੇ ਬਾਬਾ ਜੀ, ਬਾਬਾ ਸੂਰਜ ਮੱਲ ਜੀ ਆਪਣੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ, ਸਾਡੇ ਪਿਤਾ ਜੀ ਦੇ ਬਚਨ ਅਸੀਂ ਵੇਖਿਆ ਕਦੀ ਨਿਸ਼ਫਲ ਨਹੀਂ ਜਾਂਦੇ, ਫਲ ਲੱਗਦਾ ਉਹਨਾਂ ਨੂੰ। ਹਾਂਜੀ, ਇਹੋ ਵਿਸ਼ਵਾਸ ਸਦਾ ਮਨ ਭੋਏ। ਸਾਡੇ ਮਨ ਨੂੰ ਤਾਂ ਇਹੋ ਹੀ ਭਰੋਸਾ ਹੈ ਵੀ ਜੇ ਸਾਡੇ ਪਿਤਾ ਜੀ ਨੇ ਸਾਡੀਆਂ ਝੋਲੀਆਂ ਬਖਸ਼ਿਸ਼ਾਂ ਨਾਲ ਭਰੀਆਂ ਨੇ ਤੇ ਫਿਰ ਝੋਲੀਆਂ ਭਰੀਆਂ ਰਹਿਣਗੀਆਂ ਵੀ। ਸਾਨੂੰ ਭਰੋਸਾ ਹੈਗਾ, ਕਹਿਣ ਲੱਗੇ, ਸਾਨੂੰ ਭਰੋਸਾ ਹੈਗਾ ਜੀ। ਸੋ ਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਸਾਧ ਸੰਗਤ ਜੀ, ਬਾਬਾ ਸੂਰਜ ਮੱਲ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਗੁਰੂ ਜੀ ਦੀ ਸਿੱਖੀ ਮੰਗ ਕੇ ਸਭ ਕੁਝ ਹੀ ਲੈ ਲਿਆ ਜੀ। ਮਹਾਰਾਜ ਨੇ ਉਹਨਾਂ ਦੇ ਖਾਨਦਾਨ ਨੂੰ, ਬਾਬਾ ਜੀ ਦੇ ਪਰਿਵਾਰ ਨੂੰ ਵੀ ਬੜੇ ਵਰ ਬਖਸ਼ਿਸ਼ ਕੀਤੇ। ਵੇਖ ਲਓ, ਬਾਬਾ ਜੀ ਦੀ ਨੇਕ ਮਤ। ਮਹਾਰਾਜ ਨੇ ਤੇ ਕਿਹਾ ਸੀ, ਦੱਸੋ ਗੁਰਤਾ ਗੱਦੀ ਲੈਣੀ ਹੈ? ਬਾਬਾ ਜੀ ਦੀ ਨੇਕ ਮਤ, ਤੇ ਬਾਬਾ ਜੀ ਦੀ ਨੇਕ ਮਤ ਦੇ ਨਾਲ ਨਾ ਜੀ ਆਉਣ ਵਾਲੀਆਂ ਪੀੜ੍ਹੀਆਂ ਦਾ ਪਹਿਲਾਂ ਹੀ ਭਲਾ ਹੋ ਗਿਆ ਜੀ। ਆਉਣ ਵਾਲੀਆਂ ਪੀੜ੍ਹੀਆਂ ਦਾ ਪਹਿਲਾਂ ਹੀ ਭਲਾ ਹੋ ਗਿਆ। ਸੋ ਗੁਰੂ ਸਾਹਿਬ ਨੇ ਬੜੀ ਮਿਹਰ ਕੀਤੀ, ਬਖਸ਼ਿਸ਼ ਕੀਤੀ। ਮੈਂ ਫਿਰ ਅੱਜ ਬਾਬਾ ਜਸਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਗੁਰੂ ਸਾਹਿਬ ਦੇ ਪਰਿਵਾਰ ਵਾਲੇ ਹੋ। ਬਾਬਾ ਸੂਰਜ ਮੱਲ ਜੀ ਦਾ ਅੱਗੋਂ ਪਰਿਵਾਰ ਚੱਲਦਾ ਆ ਰਿਹਾ, ਉਹਨਾਂ ਦੇ ਵਿੱਚੋਂ ਇਹ ਹਨ। ਤੇ ਤੁਸੀਂ ਅੱਜ ਚੱਲਦੀ ਕਥਾ ਦੇ ਵਿੱਚ ਆਓ, ਨਾਲੇ ਸੰਗਤਾਂ ਨੂੰ ਪਤਾ ਲੱਗੇ ਵੀ ਗੁਰੂ ਸਾਹਿਬ ਦੇ ਪਰਿਵਾਰ ਵੀ ਹੈਗੇ ਨੇ ਜੀ ਅਜੇ ਜੀ। ਹਾਂਜੀ, ਤੇ ਮੈਨੂੰ ਇੱਕ ਗੁਰਮੁਖ ਪਿਆਰੇ ਕਹਿ ਰਹੇ ਸੀ, ਕਹਿੰਦੇ ਵੀ ਉਹ ਖਾਨਦਾਨ ਦੇ ਵਿੱਚ ਚਿਹਰਿਆਂ ਮੂਹਰਿਆਂ ਦਾ ਅਸਰ ਹੁੰਦਾ ਜੀ। ਖਾਨਦਾਨ ਦੇ ਵਿੱਚ ਚਿਹਰਿਆਂ ਮੂਹਰਿਆਂ ਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਇਹਨਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ। ਮਹਾਰਾਜ ਦੀ ਬਹੁਤ ਖੁਸ਼ੀ ਇਹਨਾਂ ਦੇ ਵੱਡੇ ਬਾਬਾ ਜੀ ਬਾਬਾ ਸੂਰਜ ਮੱਲ ਜੀ ਨੇ ਪ੍ਰਾਪਤ ਕੀਤੀ ਹੈ।
ਤੇ ਇਹ ਤਾਂ ਚਲੋ ਅਸੀਂ ਕਹਿ ਦਿੰਨੇ ਆ ਵੀ ਬਾਬਾ ਸੂਰਜਮਲ ਜੀ ਦਾ ਪਰਿਵਾਰ ਹੈ, ਤੇ ਬਾਬਾ ਸੂਰਜਮਲ ਜੀ ਤੇ 6ਵੇਂ ਪਾਤਸ਼ਾਹ ਦੇ ਪੁੱਤਰ ਨੇ ਨਾ ਜੀ, ਤੇ 6ਵੇਂ ਪਾਤਸ਼ਾਹ ਦਾ ਇਹ ਪਰਿਵਾਰ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਨੂੰ, ਬਹੁਤ ਬਹੁਤ ਜੀ ਆਇਆਂ ਨੂੰ। ਗੁਰੂ ਸਾਹਿਬ ਮਿਹਰ ਕਰਨ, ਕਿਰਪਾ ਕਰਨ। ਪਿੱਛੇ ਜੇ ਬਾਬਾ ਸੂਰਜਮਲ ਜੀ ਦੇ ਵਿਆਹ ਪ੍ਰਸੰਗ ਦੀ ਕਥਾ ਆਈ ਸੀਗੀ, ਉਦੋਂ ਮੇਰਾ ਮਨ ਦਾ ਫੁਰਨਾ ਸੀ ਵੀ ਇਹਨਾਂ ਨੂੰ ਬੇਨਤੀ ਕਰੀਏ, ਪਰ ਉਦੋਂ ਮੌਕਾ ਨਾ ਬਣ ਸਕਿਆ। ਤੇ ਗੁਰਪੁਰਬ ਦਾ ਸਮਾਂ ਚੱਲ ਰਿਹਾ ਸੀ 6ਵੇਂ ਪਾਤਸ਼ਾਹ ਜੀ ਦੇ, ਇਸ ਕਰਕੇ ਫਿਰ ਮੌਕਾ ਨਾ ਬਣ ਸਕਿਆ ਜੀ। ਸੋ ਮਹਾਰਾਜ ਕਿਰਪਾ ਕਰਨ। ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਆਓ ਹੁਣ 2 ਮਿੰਟ ਪਹਿਲਾਂ ਗੁਰਮੰਤਰ ਦਾ ਜਾਪ ਕਰੀਏ, ਫਿਰ ਅਰਦਾਸ ਖਿਮਾ ਮੰਗੇਗਾ। ਸਭ ਸੰਗਤ ਗੱਜ ਕੇ ਕਹੋ ਜੀ, ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, 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 ਵਾਹਿਗੁਰੂ 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 ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਭ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹੁਣ ਫਤਿਹ।